ਅਮਰ ਆਰਟਸ ਪੇਸ਼ ਕਰਦੇ ਹਨ ਏਕਮ ਟੀਵੀ। ਏਕਮ ਟੀਵੀ ਪ੍ਰੋਗਰਾਮ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਅਮਰਜੀਤ ਸਿੰਘ ਰਾਏ ਵੱਲੋਂ ਸਤਿਕਾਰ ਅਤੇ ਮੁਹੱਬਤ ਨਾਲ ਸਤਿ ਸ੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਪ੍ਰੋਗਰਾਮ 'ਚ ਬਹੁਤ ਸਵਾਗਤ। ਜੀ ਆਇਆਂ ਨੂੰ। ਆਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਹ ਜਿਹੜੇ ਦਿਨ ਚੱਲ ਰਹੇ ਨੇ ਜਾਂ ਲੰਘੇ ਨੇ, ਇਹ ਦਿਨ ਸਿੱਖੀਜ਼ਮ ਦੇ ਵਿੱਚ ਕੁਰਬਾਨੀਆਂ ਭਰੇ ਦਿਨ ਨੇ, ਸ਼ਹਾਦਤਾਂ ਭਰੇ ਦਿਨ ਨੇ। ਇਹਨਾਂ ਕੁਝ ਕੁ ਦਿਨਾਂ ਦੇ ਵਿੱਚ ਹੀ ਗੁਰੂ ਦਸ਼ਮੇਸ਼ ਪਾਤਸ਼ਾਹ ਮਹਾਰਾਜ ਦਾ ਸਾਰਾ ਪਰਿਵਾਰ ਸ਼ਹਾਦਤ ਨੂੰ ਪ੍ਰਾਪਤ ਕਰ ਗਿਆ ਸੀ। ਅਸੀਂ ਪਿਛਲੇ ਕੁਝ ਪ੍ਰੋਗਰਾਮਾਂ ਦੇ ਵਿੱਚ ਕੋਸ਼ਿਸ਼ ਕੀਤੀ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਥਾਵਾਂ ਦੇ ਉੱਤੇ ਗੁਰੂ ਸਾਹਿਬ ਗਏ, ਰੁਕੇ, ਜਿਨ੍ਹਾਂ ਲੋਕਾਂ ਨੇ ਉਹਨਾਂ ਦੀ ਮਦਦ ਕੀਤੀ ਜਾਂ ਜਿਨ੍ਹਾਂ ਲੋਕਾਂ ਨੇ ਉਹਨਾਂ ਦੀ ਮੁਖਾਲਫਤ ਕੀਤੀ, ਉਹਨਾਂ ਥਾਵਾਂ ਦੇ ਤੁਹਾਨੂੰ ਦਰਸ਼ਨ ਦਿਦਾਰੇ ਕਰਵਾਈਏ। ਅੱਜ ਦੇ ਪ੍ਰੋਗਰਾਮ ਦੇ ਵਿੱਚ ਤਕਰੀਬਨ 4 ਡਾਕੂਮੈਂਟਰੀਜ਼ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਗੀਤ ਸੰਗੀਤ ਆਪਾਂ ਆਏ ਦਿਨ ਸੁਣਦੇ ਰਹਿੰਦੇ ਹਾਂ। ਇਹ ਦਿਨ ਇਹੋ ਜਿਹੇ ਸਨ, ਅਸੀਂ ਕੋਸ਼ਿਸ਼ ਕੀਤੀ ਹੈ, ਸਾਡੀ ਟੀਮ ਨੇ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਥਾਵਾਂ 'ਤੇ ਜਾ ਕੇ ਉਹਨਾਂ ਨੂੰ ਕੈਮਰਾਬੱਧ ਕੀਤਾ ਜਾਵੇ ਜਿੱਥੇ ਕਈ ਵਾਰੀ ਅਸੀਂ ਆਪ ਨਹੀਂ ਜਾ ਸਕਦੇ। ਉਹਨਾਂ ਥਾਵਾਂ ਦੇ ਦਰਸ਼ਨ ਤੁਹਾਨੂੰ ਅਸੀਂ ਕੈਮਰੇ ਦੇ ਜ਼ਰੀਏ, ਟੈਲੀਵਿਜ਼ਨ ਦੇ ਜ਼ਰੀਏ ਕਰਵਾ ਦਈਏ। ਆਓ ਅੱਜ ਦੇ ਪ੍ਰੋਗਰਾਮ 'ਚ ਕੁਝ ਡਾਕੂਮੈਂਟਰੀਜ਼ ਵੇਖਦੇ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਏਕਮ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਹਾਂ। ਦਰਸ਼ਕੋ, ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਫਤਿਹਗੜ੍ਹ ਸਾਹਿਬ। ਇਹ ਉਹੀ ਅਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੂੰ ਵਜ਼ੀਰ ਖਾਂ ਵੱਲੋਂ ਜ਼ਿੰਦਾ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ। ਇਸ ਅਸਥਾਨ ਉੱਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ, ਗੁਰਦੁਆਰਾ ਸ਼੍ਰੀ ਠੰਡਾ ਬੁਰਜ ਸਾਹਿਬ, ਗੁਰਦੁਆਰਾ ਸ਼੍ਰੀ ਭੋਰਾ ਸਾਹਿਬ ਮੌਜੂਦ ਨੇ। ਆਓ ਤੁਹਾਨੂੰ ਕਰਾਉਂਦੇ ਹਾਂ ਇਹਨਾਂ ਗੁਰਧਾਮਾਂ ਦੇ ਦਰਸ਼ਨ। ਦਰਸ਼ਕੋ, ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ਼੍ਰੀ ਭੋਰਾ ਸਾਹਿਬ। ਇਹ ਉਹੀ ਅਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੂੰ ਜ਼ਿੰਦਾ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਹੈ ਜੀ ਭਾਈ ਜਤਿੰਦਰਪਾਲ ਸਿੰਘ ਜੰਡਾਲੀ। ਬਾਬਾ ਜੀ, ਤੁਸੀਂ ਕਿੱਥੋਂ ਆਏ ਹੋ? ਮੇਰਾ ਨਗਰ ਇੱਥੇ ਨੇੜੇ ਹੀ ਆ ਜੀ, ਜੰਡਾਲੀ ਪਿੰਡ, ਤਹਿਸੀਲ ਪਾਇਲ। ਬਾਬਾ ਜੀ, ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਇਤਿਹਾਸ ਕੀ ਹੈ? ਹਾਂਜੀ, ਇਹ ਗੁਰਦੁਆਰਾ ਸਾਹਿਬ ਉਹ ਜਗ੍ਹਾ ਹੈ ਜੀ ਜਿੱਥੇ ਕਦੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ 2 ਛੋਟੇ ਲਾਲ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਜਦੋਂ ਨਾ ਬਹੁਤ ਠੰਡ ਪੈ ਰਹੀ ਸੀ, ਹੁਣ ਤਾਂ ਅਜੇ ਸ਼ੁਰੂ ਹੋਇਆ ਪੋਹ ਦਾ ਮਹੀਨਾ, 12-13 ਪੋਹ ਵਾਲੇ ਦਿਨ ਇਸ ਜਗ੍ਹਾ ਦੇ ਉੱਤੇ ਜਿੱਥੇ ਥੱਲੇ ਜਗ੍ਹਾ ਬਣੀ ਹੋਈ ਹੈ ਭੋਰਾ ਸਾਹਿਬ, ਉਸ ਜਗ੍ਹਾ ਦੇ ਵਿੱਚ 7 ਸਾਲ ਅਤੇ 9 ਸਾਲ ਦੀ ਮਾਸੂਮ ਜਿੰਦਾ ਨੇ ਦੀਵਾਰਾਂ ਦੇ ਵਿੱਚ ਖੜ ਕੇ ਸ਼ਹੀਦੀ ਪਾਈ ਸੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਛੋਟੇ ਲਾਲਾ। ਬਾਬਾ ਜੀ, ਤੁਸੀਂ ਜੇ ਗੱਲ ਕਰੀਏ ਅੱਜ ਦੇ ਨੌਜਵਾਨਾਂ ਦੀ, ਤਾਂ ਸਾਡਾ ਅੱਜ ਦਾ ਨੌਜਵਾਨ ਆਪਣੇ ਧਰਮ ਅਤੇ ਵਿਰਸੇ ਦੇ ਨਾਲ ਕਿੰਨਾ ਕੁ ਜੁੜਿਆ ਹੈ? ਨਹੀਂ ਜੀ, ਅੱਜ ਦਾ ਜਿਹੜਾ ਨੌਜਵਾਨ ਆ ਨਾ, ਉਹ ਆਪਣੇ ਧਰਮ ਦੇ ਨਾਲੋਂ ਵੀ ਟੁੱਟ ਰਿਹਾ, ਵਿਰਸੇ ਦੇ ਨਾਲੋਂ ਟੁੱਟ ਰਿਹਾ, ਸਿੱਖੀ ਦੇ ਨਾਲੋਂ ਟੁੱਟ ਰਿਹਾ, ਬਾਣੀ ਦੇ ਅਤੇ ਬਾਣੇ ਦੇ ਨਾਲੋਂ ਟੁੱਟ ਰਿਹਾ। ਸਾਨੂੰ ਬਹੁਤ ਅਫਸੋਸ ਹੈ ਜੀ, ਜਿਹੜੀ ਸਿੱਖੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪੂਰਾ ਪਰਿਵਾਰ ਵਾਰ ਕੇ ਸਾਨੂੰ ਬਖਸ਼ਿਸ਼ ਕੀਤੀ ਹੈ ਨਾ, ਅੱਜ ਅਸੀਂ ਉਸ ਸਿੱਖੀ ਤੋਂ ਬਹੁਤ ਦੂਰ ਹੁੰਦੇ ਜਾ ਰਹੇ। ਬਾਬਾ ਜੀ, ਕਿਵੇਂ ਫਿਰ ਅਸੀਂ ਆਪਣੇ ਨੌਜਵਾਨਾਂ ਨੂੰ, ਆਪਣੇ ਬੱਚਿਆਂ ਨੂੰ ਆਪਣੇ ਧਰਮ ਦੇ ਨਾਲ ਜੋੜ ਸਕਦੇ ਹਾਂ? ਦੇਖੋ ਜੀ, ਸਾਨੂੰ ਤਾਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਜਿਹੜਾ ਸਾਡਾ ਬਜ਼ੁਰਗ ਆ ਨਾ, ਸਾਡੇ ਪਰਿਵਾਰ ਦਾ ਮੋਹਰੀ ਆ ਬੰਦਾ, ਉਹਨੂੰ ਆਪ ਬਾਣੀ ਦੇ ਉੱਤੋਂ
ਨੌਲੇਜ ਹੋਣੀ ਚਾਹੀਦੀ ਹੈ ਬਾਣੀ ਬਾਰੇ, ਇਤਿਹਾਸ ਦੇ ਬਾਰੇ। ਵੈਸੇ ਇਹ ਜਗ੍ਹਾ ਇੱਥੇ ਆ, ਜਦੋਂ ਅਸੀਂ ਇੱਥੇ ਆ ਜਾਂਦੇ ਹਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਲਾਲਾਂ ਨੂੰ ਯਾਦ ਕਰਦੇ ਆ, ਸਾਡਾ ਅੰਦਰੋਂ ਕਾਲਜ ਦਾ ਰੁੱਗ ਭਰਿਆ ਜਾਂਦਾ। ਕਿਉਂਕਿ ਦੁਨੀਆ ਦੇ ਵਿੱਚ ਕੋਈ ਇਹੋ ਜਿਹੀ ਮਿਸਾਲ ਨਹੀਂ ਮਿਲਦੀ। 7 ਸਾਲ ਅਤੇ 9 ਸਾਲ ਦੀਆਂ ਮਾਸੂਮ ਜਿੰਦਾ ਜਦੋਂ ਸਾਨੂੰ ਆਰਾਮ ਕਰਨ ਦੀ ਲੋੜ ਹੁੰਦੀ ਆ ਬੱਚਿਆਂ ਨੂੰ, ਉਹਨਾਂ ਦਿਨਾਂ ਦੇ ਵਿੱਚ ਸ਼ਹਾਦਤ ਦਿੱਤੀ ਹੈ। ਪਰ ਜਿਹੜਾ ਸਾਡਾ ਅੱਜ ਦਾ ਨੌਜਵਾਨ ਆ, ਉਹਨਾਂ ਨੂੰ ਪੁੱਛ ਕੇ ਦੇਖ ਲਿਓ ਵੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਚਾਰੇ ਲਾਲਾਂ ਦੇ ਤੁਸੀਂ ਸਾਨੂੰ 9 ਗਿਣਾ ਦਿਓ। ਬਾਕੀ ਤਾਂ ਗੱਲ ਇੱਕ ਪਾਸੇ ਰਹੀ ਹੈ, 5 ਪਿਆਰਿਆਂ ਦੇ ਸਾਨੂੰ 9 ਗਿਣਾ ਦਿਓ। ਨਹੀਂ ਪਤਾ ਲੱਗਦਾ ਜੀ, ਇਸ ਦਾ ਸਾਨੂੰ ਬਹੁਤ ਅਫਸੋਸ ਹੋ ਰਿਹਾ ਹੈ। ਇਸ ਸਭ ਦੇ ਲਈ ਤੁਸੀਂ ਫਿਰ ਜ਼ਿੰਮੇਵਾਰ ਕਿਸ ਨੂੰ ਸਮਝਦੇ ਹੋ? ਮੈਂ ਇਸ ਜਿਹੜੀ ਵੱਡੀ ਜ਼ਿੰਮੇਵਾਰੀ ਆ, ਇੱਕ ਤਾਂ ਸਾਡੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਨਾ, ਜਿਹਦਾ ਵੱਡਾ ਵਾਹਿਗੁਰੂ ਜ਼ਿਆਦਾ ਰੋਲ ਹੈ, ਉਹਨੂੰ ਵੱਡੀ ਆਮਦਨ ਸਾਨੂੰ ਬਹੁਤ ਆ। ਪ੍ਰਚਾਰ ਦੀ ਇੱਕ ਬਹੁਤ ਬਿਲਕੁਲ, ਜਿਹੜੇ ਨਗਰਾਂ ਦੇ ਵਿੱਚ ਛੋਟੇ ਗੁਰਦੁਆਰੇ ਨੇ ਜਾਂ ਉੱਥੇ ਦੇ ਲੋਕਾਂ ਨੂੰ ਪਤਾ ਹੀ ਨਹੀਂ ਹੈ ਵੀ ਸਾਡਾ ਸਿੱਖ ਕੀ ਸੀ, ਸਾਡੇ ਇਤਿਹਾਸ ਕੀ ਹੈ। ਥਾਂ ਥਾਂ ਤੇ ਜਾ ਕੇ ਗੁਰਮਤਿ ਸਮਾਗਮ ਕਰਵਾਏ ਜਾਵਣ ਤੇ ਜਿਹੜੇ ਘਰਾਂ ਦੇ ਵਿੱਚ ਨਸ਼ਾ ਚੱਲ ਰਿਹਾ ਤੇ ਉੱਥੋਂ ਬੰਦ ਕਰਵਾਇਆ ਜਾਵੇ। ਜਿਹੜਾ ਪਰਿਵਾਰ ਦਾ ਮੁਖੀ ਹੈ ਉਹਨੂੰ ਬਾਣੀ ਬਾਰੇ ਚੰਗੀ ਤਰ੍ਹਾਂ ਦੱਸਿਆ ਜਾਵੇ। ਸਾਡੇ ਪ੍ਰਚਾਰਕਾਂ ਦੇ ਵੱਲੋਂ ਥਾਂ ਥਾਂ ਦੇ ਉੱਤੇ ਜਾ ਕੇ ਜੀ, ਅੱਜ ਤਾਂ ਅਸੀਂ ਇੰਨੇ ਨਿੱਘਰ ਚੁੱਕੇ ਹਾਂ, ਸਾਡੇ ਕੋਲ ਗੁਰਬਾਣੀ ਪੜ੍ਹਨ ਜੋਗਾ ਸਮਾਂ ਨਹੀਂ ਰਿਹਾ, ਸਾਡੇ ਕੋਲ ਇਤਿਹਾਸ ਪੜ੍ਹਨ ਦਾ ਸਮਾਂ ਨਹੀਂ ਰਿਹਾ। ਕਦੇ ਉਹ ਸਮਾਂ ਸੀ ਜਦੋਂ ਪੂਰੇ ਦਾ ਪੂਰਾ ਪਰਿਵਾਰ ਆਪਣੀ ਦਾਦੀ ਦੇ ਕੋਲੇ ਬੈਠ ਕੇ ਜਾਂ ਦਾਦਾ ਜੀ ਦੇ ਕੋਲ ਬੈਠ ਕੇ ਸ਼ਾਮ ਨੂੰ ਸੋਹਲਾ ਸਾਹਿਬ ਦੇ ਪਾਠ ਦੇ ਵਿੱਚ ਹਾਜ਼ਰ ਹੁੰਦੇ ਸੀ। ਸ਼ਾਮ ਨੂੰ ਫਿਰ ਅਰਦਾਸ ਕਰਕੇ ਫਿਰ ਬਿਸਤਰਾਂ ਦੇ ਉੱਤੇ ਲੇਟਦੇ ਸੀ। ਹੁਣ ਤਾਂ ਸਾਨੂੰ ਪਤਾ ਹੀ ਨਹੀਂ ਵੀ ਸੰਧਿਆ ਵੇਲਾ ਕਿਹੜਾ ਤੇ ਅੰਮ੍ਰਿਤ ਵੇਲਾ ਕਿਹੜਾ ਹੈ ਜੀ। ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ, ਤੁਸੀਂ ਇਸ ਜਗ੍ਹਾ ਦੇ ਉੱਤੇ ਆ ਕੇ ਸਿੱਖ ਸੰਗਤਾਂ ਨੂੰ ਗੁਰੂ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਇੱਕ ਮੈਂ ਸ਼ੇਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ। ਪਾਂਦੀ ਕੋਈ ਪ੍ਰੀਤ ਦੀਆਂ ਨਾ ਮੰਜ਼ਲਾਂ ਦਾ, ਮੰਜ਼ਲ ਇੱਦਾਂ ਮੁਕਾਮਦਾ ਵੇਖਿਆ ਨਾ, ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ, ਹੀਰੇ ਲਾਲ ਲੁਟਾਮਦਾ ਵੇਖਿਆ ਨਾ, ਹਾਸਾ ਜਹੇ ਪਿਆਰਿਆਂ ਪੁੱਤਰਾਂ ਨੂੰ ਝੋਲੀ ਮੌਤ ਦੀ ਪਾਵਦਾ ਵੇਖਿਆ ਨਾ, ਪਿਤਾ ਕੋਈ ਵੀ ਪੁੱਤਾਂ ਦੀ ਲਾਸ਼ ਉੱਤੇ ਗੀਤ ਖੁਸ਼ੀ ਦੇ ਖਾਵਦਾ ਵੇਖਿਆ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਦੀਦਾਰ ਸਿੰਘ ਹੈ ਜੀ। ਤੁਸੀਂ ਕਿੱਥੋਂ ਆਏ ਹੋ? ਅਸੀਂ ਆਏ ਨਵਾਂ ਸ਼ਹਿਰ ਤੋਂ ਜੀ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਤੋਂ। ਜੀ ਸਰ, ਤੁਸੀਂ ਜਿਹੜਾ ਹੈ ਬੱਚਿਆਂ ਨੂੰ ਇੱਥੇ ਲੈ ਕੇ ਆਏ ਹੋ, ਇੱਥੇ ਬੱਚਿਆਂ ਨੂੰ ਲਿਆਉਣ ਦਾ ਤੁਹਾਡਾ ਮਕਸਦ ਕੀ ਸੀ? ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਨਾਲ ਜੋੜਨ ਦਾ ਸਾਡਾ ਯਤਨ ਹੈਗਾ। ਉਹਨਾਂ ਬੱਚਿਆਂ ਨੂੰ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਵੀ ਕਿੱਦਾਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਕੀ ਇਹ ਜ਼ਾਲਮਾਂ ਨੇ ਉਹਨਾਂ ਤੇ ਜ਼ਬਰ ਢਾਏ ਹੈਗੇ ਆ ਤੇ ਉਹਨਾਂ ਨੇ ਕਿੱਦਾਂ ਉਹਦਾ ਮੁਕਾਬਲਾ ਕੀਤਾ ਹੈ। ਤੁਸੀਂ ਬੱਚਿਆਂ ਨੂੰ ਪਹਿਲੀ ਵਾਰੀ ਲੈ ਕੇ ਆਏ ਹੋ ਜਾਂ ਅੱਗੇ ਵੀ ਲੈ ਕੇ ਆਉਂਦੇ ਹੋ? ਨਹੀਂ, ਪਹਿਲੀ ਵਾਰ ਆਇਆ ਜੀ। ਪਹਿਲਾਂ ਮੈਂ ਪਰਿਵਾਰ ਨਾਲ ਆਇਆ ਸੀ ਤੇ ਹੁਣ ਬੱਚਿਆਂ ਨੂੰ ਸਕੂਲ ਦੇ ਨੂੰ ਲੈ ਕੇ ਆਇਆ, ਸਰਕਾਰੀ ਹਾਈ ਸਕੂਲ ਮਹਿਤਪੁਰ। ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਇਸ ਧਾਰਮਿਕ ਸਥਾਨ ਦੇ ਦਰਸ਼ਨ ਕਰਕੇ? ਬਹੁਤ ਵਧੀਆ ਲੱਗ ਰਿਹਾ ਜੀ, ਆਨੰਦ ਮਹਿਸੂਸ ਹੋ ਰਿਹਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਮੰਜੂ ਵਾਲਾ ਹੈ। ਤੁਸੀਂ ਕਿੱਥੋਂ ਆਏ ਹੋ? ਅਸੀਂ ਪਿੰਡ ਮਹਿਤਪੁਰ ਤੋਂ ਆਏ ਹਾਂ। ਇਸ ਸਥਾਨ ਉੱਤੇ ਆ ਕੇ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ? ਸਾਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਆ। ਅਸੀਂ ਬਹੁਤ ਦਿਨਾਂ ਤੋਂ ਯਾਤਰਾ ਬਣਾ ਰਹੇ ਸੀ ਵੀ ਇਸ ਸਥਾਨ ਤੇ ਆਣਾ ਆ ਜੀ। ਜਿਸ ਸਥਾਨ ਉੱਤੇ ਤੁਸੀਂ ਆਏ ਹੋ, ਇਸ ਦਾ ਇਤਿਹਾਸ ਪਤਾ ਕੀ ਹੈ? ਇਸ ਗੁਰੂ ਗੋਬਿੰਦ ਸਿੰਘ ਦੇ 2 ਸਾਹਿਬਜ਼ਾਦੇ ਅਜੀਤ ਗੁਰੂ ਗੋਬਿੰਦ ਸਿੰਘ ਜੀ ਦੇ 2 ਸਾਹਿਬਜ਼ਾਦੇ ਨੀਹਾਂ ਵਿੱਚ ਚਿਣਾ ਦਿੱਤੇ ਸੀ। ਕਿੰਨੀ ਉਮਰ ਸੀ ਜਦੋਂ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ? ਦਰਸ਼ਕੋ, ਲੋੜ ਹੈ ਸਾਨੂੰ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਦੇ ਵਿਰਸੇ ਤੋਂ ਜਾਣੂ ਕਰਵਾਉਣ ਦੀ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਾਡਾ ਮਹਾਨ ਇਤਿਹਾਸ ਪਹੁੰਚ ਸਕੇ। ਜੇਕਰ ਅਸੀਂ ਆਪਣੇ ਬੱਚਿਆਂ ਨੂੰ ਇਹਨਾਂ ਧਾਰਮਿਕ ਸਥਾਨਾਂ ਉੱਤੇ ਲੈ ਕੇ ਆਉਂਦੇ ਹਾਂ ਤਾਂ ਇਹਨਾਂ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਵੀ ਸਾਡਾ ਫਰਜ਼ ਬਣਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਪ੍ਰੇਮ ਸ਼ਰਮਾ ਹੈ ਜੀ। ਸਰ ਕਿੱਥੋਂ ਆਏ ਹੋ? ਸਰ ਮੈਂ ਲਾਲਪੁਰ ਮਿਡਲ ਸਕੂਲ ਤੋਂ ਆਇਆ, ਅਟੈਚ ਮਹਿਤਪੁਰ ਸਕੂਲ ਦੇ ਨਾਲ ਹੀ ਜੀ। ਸਰ ਤੁਸੀਂ ਇੱਥੇ ਬੱਚਿਆਂ ਨੂੰ ਲੈ ਕੇ ਆਏ ਹੋ, ਬੱਚਿਆਂ ਨੂੰ ਇੱਥੇ ਲੈ ਕੇ ਆਉਣ ਦਾ ਤੁਹਾਡਾ ਮਕਸਦ ਕੀ ਹੈ? ਸਾਡਾ ਬੱਚਿਆਂ ਨੂੰ ਲਿਆਉਣ ਦਾ ਮਕਸਦ ਇਹ ਹੈ ਕਿ ਉਹਨਾਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਵਿਸਤਾਰਪੂਰਵਕ ਦੱਸਣਾ, ਕਿ ਤਾਂ ਕਿ ਉਹ ਆਉਣੇ ਵਾਲੇ ਆਪਣੇ ਜੀਵਨ ਦੇ ਵਿੱਚ ਉਹਨਾਂ ਵਰਗੇ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲ ਸਕਣ ਤੇ ਕੁਝ ਜੀਵਨ ਦੇ ਵਿੱਚ ਇੱਕ ਮਿਹਨਤ ਨਾਲ ਅੱਗੇ ਵਧ ਸਕਣ। ਅੱਜ ਤੁਸੀਂ ਰਾਜੇ ਕਿੱਥੇ ਆਏ ਹੋ? ਸਰਹੰਦ। ਇਸ ਸਥਾਨ ਦਾ ਇਤਿਹਾਸ ਕੀ ਹੈ? ਜਿਸ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਪਤਾ ਕੀ ਹੈ?
ਤੇ ਇੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਚਿਣਵਾਇਆ ਗਿਆ ਸੀ। ਦਰਸ਼ਕੋ, ਇਹ ਹੈ ਗੁਰਦੁਆਰਾ ਠੰਡਾ ਬੁਰਜ ਸਾਹਿਬ। ਇਹ ਉਹੀ ਅਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਨੂੰ ਰੱਖਿਆ ਗਿਆ ਸੀ। ਪੋਹ ਦੇ ਮਹੀਨੇ ਵਿੱਚ ਕੜਕਦੀ ਠੰਡ ਵਿੱਚ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਇਸੇ ਬੁਰਜ ਵਿੱਚ ਰੱਖਿਆ ਗਿਆ ਸੀ। ਇਸੇ ਹੀ ਅਸਥਾਨ ਉਤੇ ਬਾਬਾ ਮੋਤੀ ਰਾਮ ਮਹਿਰਾ ਜੀ ਵੱਲੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਗਿਆ ਸੀ। ਆਓ ਦਰਸ਼ਨ ਕਰਦੇ ਹਾਂ ਗੁਰਦੁਆਰਾ ਸ਼੍ਰੀ ਠੰਡਾ ਬੁਰਜ ਸਾਹਿਬ ਦੇ। ਦਰਸ਼ਕੋ, ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਏ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ। ਇਹ ਉਹ ਧਾਰਮਿਕ ਅਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਨੂੰ ਜ਼ਿੰਦਾ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ। ਅਗਲੀ ਵਾਰੀ ਕਿਸੇ ਹੋਰ ਇਤਿਹਾਸਕ ਸਥਾਨ ਉੱਤੇ ਤੁਹਾਨੂੰ ਲੈ ਕੇ ਜਾਵਾਂਗੇ। ਉਦੋਂ ਤੱਕ ਲਈ ਮੈਨੂੰ ਦਮਨਪ੍ਰੀਤ ਨੂੰ ਦਿਓ ਆਗਿਆ। ਧੰਨਵਾਦ। एशियन फूड सेंटर ते आने सस्ते दाम, जिथे हर चीज दी है क्वालिटी लाजवाब। हार गई महंगाई, जीते हम क्या रेसिपी चेंज की है? नहीं, मैंने चेंज किया है सिर्फ शॉपिंग की जगह। एशियन फूड सेंटर, वाह क्या बात। एशियन फूड सेंटर। मॉम बताए ना प्लीज। इधर आओ, मैं बताती हूँ। पूछो, क्या पूछना है? दादी, ये प्योर क्या होता है? प्योर प्योर है शुद्ध, प्योर है खालिस, प्योर है परिवार के रिश्ते, जैसे माँ का बेटे से, बहन का भाई से, बेटी का बाप से, दादी का पोते से, और पोते का बेसन के लड्डू से। बिल्कुल ऐसा ही प्योर रिश्ता है शेर बेसन का, सिर्फ चने की दाल से बना, शुद्ध और खालिस। शेर बेसन, यही तो प्यार है। हो सीट महल दे स्वाद दी यारो, दुनिया हुई दीवानी। हो शुद्ध खोए दी जे मिठाई, रज रज के तुसी खानी। नॉन
नॉन वेज ते वेज फूड दा स्वाद बड़ा तूफानी साडे स्वीट महल दा लभना नी कोई सानी यस स्वीट महल जिथे मिलदियां ने ऑथेंटिक टेस्टी फ्लेवर ते यूनिक डिशेस फ्रॉम दी टॉप शेफ सो आज ही विजिट करो sweetmahal.ca ते वधेरे जानकारी दे लई तुसी संपर्क कर सकदे हो सुखा कंगजी नु 416 679 9191 ते 416679 9191 KJS ਟਰਾਂਸਪੋਰਟ ਨੂੰ USA, ਮੌਂਟਰੀਅਲ ਅਤੇ ਲੋਕਲ ਨਵੇਂ ਟਰੱਕ ਚਲਾਉਣ ਲਈ ਡਰਾਈਵਰ ਚਾਹੀਦੇ ਹਨ। ਪੇ ਬਹੁਤ ਵਧੀਆ ਮਿਲੇਗੀ। ਕਾਲ ਜਿੰਦਰ ਬੁੱਟਰ 647 628 6100। ਐਵਰੋ ਟਰਾਂਸਪੋਰਟ ਨੂੰ ਲੋਕਲ, ਮੌਂਟਰੀਅਲ, USA ਅਤੇ ਹਰ ਪਾਸੇ ਨੂੰ ਚੱਲਣ ਵਾਲੇ 1 ਸਾਲ ਦੇ ਤਜਰਬੇ ਨਾਲ ਟਰੱਕ ਡਰਾਈਵਰ ਚਾਹੀਦੇ ਹਨ। ਕਾਲ ਗੁਰਨੇਕ ਖਟੜਾ 416 829 4828। ਰੀਅਲ ਏਸਟੇਟ ਖੇਤਰ ਵਿੱਚ ਇੱਕ ਮੁੱਢਲਾ ਨਾਂ ਰਾਇਲ ਕੈਨੇਡੀਅਨ ਰਿਅਲਟੀ ਹੋਰ ਪੁਸ਼ਪਿੰਦਰ ਗਿੱਲ 10 ਵਰਿਆਂ ਦਾ ਪ੍ਰੂਵਨ ਰੈਕੋਰਡ produced top 1% realtors in TREB trusted by over 200 realtors residential resale pre-construction ਜਾਂ commercial real estate believe in the best Mississauga ਹੋਰ ਮਾਰਕਮ ਤੋਂ ਸਰਵ ਕੀਤਾ ਆ ਹੁਣ ਕਿਚਨਰ ਤੇ ਹੈਮਿਲਟਨ ਤੋਂ ਸੇਵਾਵਾਂ ਲਵੋ best training agent support and facilities 9053640727 or royalcanadianrealty.com believe in the best ਆਪਣੇ ਟਰੱਕਾਂ ਨੂੰ ਦੁਨੀਆ ਭਰ ਦੀ ਕਿਸੇ ਵੀ ਨੇਮ ਬ੍ਰਾਂਡ ਕੰਪਨੀ ਦੇ ਟਾਇਰ ਪਾਉਣ ਅਤੇ ਵੀਲ ਅਲਾਈਨਮੈਂਟ ਲਈ ਇੱਕ ਭਰੋਸੇ ਵਾਲਾ ਨਾਮ ਪਪੂਲਰ ਟਾਇਰ। ਗੱਡੀ ਜੱਟ ਦੀ ਤੇ ਤੂੜਾ ਪਈ ਪੱਟਦੀ ਨੀ ਤੇਲ ਪਾਣੀ ਫੁੱਲ ਰੱਖਦੇ ਚੱਲੀ ਗਏ ਛੇਤੀ ਛੇਤੀ ਪਾਲਾ ਕੱਪੜੇ ਨੀ ਪਪੂਲਰ ਟਾਇਰ ਤੇ ਟਾਇਰ ਪਾਉਣ ਚੱਲੀਏ। ਸਿਆਣੇ ਕਹਿੰਦੇ ਨੇ ਪੂਰੀ ਕਾਇਨਾਤ ਸੰਗੀਤ ਵਿੱਚ ਬੱਝੀ ਹੋਈ ਹੈ। ਸਮਝ ਭਾਵੇਂ ਹਰੇਕ ਨੂੰ ਸੰਗੀਤ ਦੀ ਨਾ ਹੋਵੇ ਪਰ ਸੰਗੀਤ ਦੇ ਬਾਰੇ ਚ ਜਾਣਦਾ ਹਰ ਕੋਈ ਹੈ। ਪਤਾ ਸੰਗੀਤ ਦੇ ਬਾਰੇ ਹਰ ਇੱਕ ਨੂੰ ਆ। ਮੈਂ ਜਦੋਂ ਵੀ ਕਦੇ ਕਾਰ ਚਲਾਉਣਾ ਹੈ, ਜਦੋਂ ਕਾਰ ਦੀ ਕੋਈ ਬੈਲਟ ਟੁੱਟ ਜਾਂਦੀ ਹੈ, ਉਹਦੀ ਆਵਾਜ਼ ਬਦਲ ਜਾਂਦੀ ਹੈ ਤੇ ਮੈਨੂੰ ਪਤਾ ਲੱਗ ਜਾਂਦਾ ਕਿ ਕਾਰ ਦਾ ਇੰਜਣ ਬੇਸੁਰਾ ਹੋ ਗਿਆ ਹੈ। ਜਦੋਂ ਉਹਦਾ ਇੰਜਣ ਆਵਾਜ਼ ਤੇਜ਼ ਕਰਦਾ ਹੈ ਜਾਂ ਹੌਲੀ ਕਰਦਾ ਹੈ, ਉਹਦੇ ਵਿੱਚੋਂ ਕੋਈ ਖੜਖੜ ਦੀ ਆਵਾਜ਼ ਡਿਫਰੈਂਟ ਆਉਂਦੀ ਹੈ ਤੇ ਮੈਨੂੰ ਪਤਾ ਲੱਗ ਜਾਂਦਾ ਕਿ ਬੇਤਾਲਾ ਹੋ ਗਿਆ। ਮੈਂ ਮਕੈਨਿਕ ਤਾਂ ਕਦੇ ਨਹੀਂ। ਦਿਲ ਦੀ ਧੜਕਣ ਵੱਧ ਘਟ ਜਾਂਦੀ ਹੈ ਤਾਂ ਉਹਦੀ ਤਾਲ ਅੱਗੇ ਪਿੱਛੇ, ਬੀਟ ਅੱਗੇ ਪਿੱਛੇ ਹੋ ਜਾਂਦੀ ਹੈ। ਪੱਤੇ ਖੜਕਦੇ ਨੇ, ਉਹਦੀਆਂ ਸੁਰਾਂ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਪੂਰੀ ਕਾਇਨਾਤ ਦੇ ਵਿੱਚ ਸੰਗੀਤ ਹੈ। ਸਿਆਣੇ ਕਹਿੰਦੇ ਆ ਸੰਗੀਤ ਤੋਂ ਬਿਨਾਂ ਇਨਸਾਨ ਰਹਿ ਹੀ ਨਹੀਂ ਸਕਦਾ ਕਿਉਂਕਿ ਜ਼ਿੰਦਗੀ ਇੱਕ ਸਾਹ ਦਾ ਨਾਮ ਹੈ ਤੇ ਸੰਗੀਤ ਸਾਹ ਤੋਂ ਲੈ ਕੇ ਸਾਹ ਤੱਕ ਦਾ ਸਫ਼ਰ ਹੈ। ਆਓ ਸੰਗੀਤਕ ਗੱਲਾਂ ਕਰਦੇ ਹਾਂ। ਵਡਾਲੀ ਭਰਾਵਾਂ ਨੂੰ ਕੌਣ ਨਹੀਂ ਜਾਣਦਾ। ਉਹਨਾਂ ਦੇ ਖਾਨਦਾਨ ਦਾ ਚਿਰਾਗ ਲਖਵਿੰਦਰ ਵਡਾਲੀ ਅੱਜ ਸਾਡੇ ਸਟੂਡੀਓ 'ਚ ਹੈ। ਉਹਨਾਂ ਨਾਲ ਕੁਝ ਗੱਲਾਂ ਕਰਦੇ ਹਾਂ। ਲਖਵਿੰਦਰ ਜੀ ਸਵਾਗਤ। ਏਕਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੀ ਹਾਲ ਨੇ? ਬਿਲਕੁਲ ਠੀਕ ਠਾਕ ਹੈ, ਬਹੁਤ ਸ਼ੁਕਰੀਆ। ਲਖਵਿੰਦਰ ਮੈਨੂੰ ਲੱਗਦਾ ਹੁੰਦਾ ਕਦੇ ਕਦੇ ਤੁਹਾਡੇ ਨਸੀਬ ਚੰਗੇ ਨੇ, ਤੁਸੀਂ ਭਾਗਾਂ ਵਾਲੇ ਹੋ ਕਿ ਤੁਸੀਂ ਉਸਤਾਦ ਸ਼੍ਰੀ ਪੂਰਨ ਚੰਦ ਵਡਾਲੀ, ਸ਼੍ਰੀ ਪਿਆਰੇ ਲਾਲ ਵਡਾਲੀ, ਸੰਗੀਤਕ ਉਸਤਾਦ ਬੰਦੇ, ਉਹਨਾਂ ਦੀਆਂ ਬੁੱਕਲਾਂ ਦਾ ਨਿੱਘ ਮਾਣਿਆ। ਸ਼੍ਰੀ ਪੂਰਨ ਚੰਦ ਵਡਾਲੀ ਜੀ ਦੇ ਘਰ ਤੁਸੀਂ ਜਨਮ ਲਿਆ ਤੇ ਚਾਚਾ ਜੀ ਤੋਂ ਤੁਸੀਂ ਮੇਰਾ ਖਿਆਲ ਹੈ ਸੰਗੀਤ ਦੀਆਂ ਲੋਰੀਆਂ ਲਈਆਂ। ਥੋੜਾ ਜਿਹਾ ਆਪਣੇ ਸੰਗੀਤਕ ਪਿਛੋਕੜ ਆਪਣੇ ਪਰਿਵਾਰ ਬਾਰੇ ਦੱਸੋਗੇ ਜੀ? ਜੀ ਬਿਲਕੁਲ। ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਗੁਰੂ ਕੀ ਵਡਾਲੀ ਜੀ ਪਿੰਡ ਜਿਹੜਾ ਉਹ 6ਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਜੀ ਦਾ ਜਨਮ ਸਥਾਨ ਹੈ। ਬਿਲਕੁਲ ਜੀ, ਉੱਥੇ ਜਨਮ ਹੋਇਆ ਤੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਇਹ ਨਗਰੀ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਨਗਰੀ ਹੈ ਜੀ, ਔਰ ਇਸੇ ਕਰਕੇ ਨਾਮ ਦੇ ਨਾਲ ਵਡਾਲੀ ਲੱਗਦਾ। ਤੇ ਜਿਹੜਾ ਮੇਰਾ ਜਨਮ ਇੱਕ ਏਡੇ ਵੱਡੇ ਗਵਈਆਂ ਦੇ ਘਰ ਹੋਣਾ, ਉਹ ਮੇਰੇ ਲਈ ਮੈਂ ਸਮਝਦਾ ਕਿ ਮੈਂ ਪਤਾ ਨਹੀਂ ਕੋਈ ਪਿਛਲੇ ਜਨਮ ਦੇ ਵਿੱਚ ਕੋਈ ਚਾਹਨਾ ਹੋਏਗੀ, ਕੋਈ ਤਵੱਕੋ ਹੋਏਗੀ, ਕੁਝ ਬਣਨ ਦਾ ਕੋਈ ਅਧੂਰਾ ਖਾਬ ਹੋਏਗਾ ਜਿਹੜਾ ਰਹਿ ਗਿਆ ਹੋਏਗਾ, ਜਿਹਨੇ ਇਹ ਕਾਮਨਾ ਕੀਤੀ ਹੋਵੇ ਕਿ ਮੈਨੂੰ ਕਿਸੇ ਇਹੋ ਜਿਹੀ ਕੁੱਖ ਦੇ ਵਿੱਚ ਪਾ ਦਿਓ ਜਾਂ ਮੈਨੂੰ ਇਹੋ ਜਿਹੇ ਘਰ ਭੇਜ ਦਿਓ। ਤੇ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿ ਮੈਂ ਵਡਾਲੀ ਖਾਨਦਾਨ ਦੇ ਵਿੱਚ ਪੈਦਾ ਹੋਇਆ। ਉਸ ਖਾਨਦਾਨ ਦੇ ਵਿੱਚ ਜਿੱਥੇ ਮਿਊਜ਼ਿਕ ਤੋਂ ਇਲਾਵਾ ਹੋਰ ਕੋਈ ਚੀਜ਼ ਨਹੀਂ ਹੈ, ਕਿਉਂਕਿ ਪਾਪਾ ਜੀ ਨੇ ਤਾਂ ਕਹਿੰਦੇ ਨਾ ਵਾਸੀ ਵੀ ਲੈਂਦੇ ਤੇ ਉਹ ਵੀ ਸੁਰਚੀ ਲੈਂਦੇ। ਤੇ ਉਸ ਤੋਂ ਵੀ ਜਿਹੜੀ ਮੇਰੇ ਲਈ ਮੈਂ ਇਹ ਸਮਝਦਾ ਕਿ ਮੇਰੇ ਲਈ ਬੜੀ ਵੱਡੀ ਔਰ ਇੱਕ ਨਿਆਮਤ ਮਾਲਕ ਦੀ ਰਹਿਮਤ ਇੱਕ ਜਿਹੜੀ ਬੋਲਦੀ ਹੈ ਜਾਂ ਜਿਹੜੀ ਮੈਨੂੰ ਮਹਿਸੂਸ ਹੁੰਦੀ ਹੈ, ਉਹ ਇਹ ਹੈ ਕਿ ਸੰਗੀਤ ਜਿਹੜਾ ਪਰਿਵਾਰ ਦੇ ਵਿੱਚ ਸਿਰਫ ਮੈਨੂੰ ਹੀ ਮਿਲਿਆ। ਅੱਛਾ। ਹਾਲਾਂਕਿ ਸਾਡੇ ਤੁਸੀਂ ਯਕੀਨ ਮੰਨਣਾ ਕਿ ਇੱਕ ਫੈਮਿਲੀ ਮਿਊਜ਼ਿਕ ਦੀ ਹੋਵੇ ਤੇ ਉਹਦੇ 'ਚ ਜਿਹੜੇ 3 ਭੈਣ ਭਾਈ ਨੇ ਬਾਕੀ ਦੇ, ਉਹਨਾਂ ਦੇ ਲਾਗੋਂ ਸੰਗੀਤ ਨਾ ਲੰਘੇ ਔਰ ਸੰਗੀਤ ਘਰ 'ਚ ਹੋਵੇ ਤੇ ਤੁਸੀਂ ਯਕੀਨ ਮੰਨਣਾ ਕਿ
ਜਿੰਨੇ ਗਵਈਏ, ਜਿੰਨੇ ਰਾਗੀ ਢਾਡੀ ਅੰਮ੍ਰਿਤਸਰ ਜਦੋਂ ਆਪਣੀਆਂ ਹਾਜ਼ਰੀਆਂ ਦੇਣ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਸੀਗੇ, ਤੇ ਕੋਈ ਇਦਾਂ ਨਹੀਂ ਹੁੰਦਾ ਸੀਗਾ ਕਿ ਕਦੇ ਉਹ ਬਿਨਾਂ ਮਿਲੇ ਮੁੜ ਕੇ ਜਾਣ ਸਾਡੇ ਪਿੰਡ ਘਰੋਂ। ਉਹ ਮਾਹੌਲ ਹੁੰਦਿਆਂ ਸੁਣਦਿਆਂ ਮਤਲਬ ਮੇਰੇ ਜਿਹੜੇ ਵੱਡੇ ਭਰਾ ਨੇ ਬਲਵਿੰਦਰ ਸਿੰਘ, ਉਹਨਾਂ ਨੂੰ ਬਿਲਕੁਲ ਮਿਊਜ਼ਿਕ ਦਾ ਕੋਈ ਨਹੀਂ ਕਿ ਈਵਨ ਉਹ ਕੋਈ ਧਿਆਈ ਮੁੱਕੇ ਤੇ ਸ਼ਾਇਦ ਉਹ ਧਿਆਈ ਤੇ ਮਤਲਬ ਆ ਵੀ ਨਾ ਮੁਕਾ ਸਕਣ। ਤੁਸੀਂ ਸੋਚ ਨਹੀਂ ਸਕਦੇ। ਸਿਸਟਰ ਜਿਹੜੇ ਨੇ ਦੋਨੋਂ ਬਿਲਕੁਲ ਉਹਨਾਂ ਨੂੰ ਇੱਦਾਂ ਜੇ ਦੇਖੋ ਦੇਖੀ ਕਹਿ ਦੇਂਗੇ ਤੇ ਸ਼ਾਇਦ ਉਹਨਾਂ ਨੂੰ ਪਤਾ ਲੱਗ ਜਾਏ ਕਿ ਹਾਂ ਇਹ ਇੱਦਾਂ ਕਹਿ ਰਹੇ, ਇੱਦਾਂ ਹੀ ਹੋਣੀ ਹੈ। ਤੇ ਮਤਲਬ ਉਹ ਚੀਜ਼ ਉਹਨਾਂ ਦੇ ਲਾਗੋਂ ਨਹੀਂ ਲੰਘੀ। ਅੱਛਾ। ਔਰ ਮੇਰਾ ਜਿਹੜਾ ਪਰਸਨਲੀ ਸ਼ੌਕ ਸੀਗਾ ਉਹ ਸੀਗਾ, ਮੈਂ ਕ੍ਰਿਕਟ ਨੂੰ ਬੜਾ ਮੈਂ ਮਤਲਬ ਖੇਲਦਾ ਸੀਗਾ, ਬੜਾ ਚਾਹੁੰਦਾ ਸੀ। ਪਾਪਾ ਜੀ ਨੂੰ ਪਤਾ ਲੱਗਿਆ ਵੀ ਇਹ ਬੰਦਾ ਮਤਲਬ ਖਰਾਬ ਕਰੇਗਾ ਸਾਨੂੰ। ਉਹਨਾਂ ਨੇ ਮੇਰੀ ਜਿਹੜੀ ਕਿੱਟ ਸੀਗੀ, ਜਿਹੜਾ ਮੇਰਾ बैट बॉल सब कुछ किट पैड ये वो सब ग्लव्स सब कुछ उन्होंने तंदूर खुले घर सीगे तंदूर बलदा सी चक के ਉਹਦੇ ਵਿੱਚ ਪਾਦਾ ਤੇ ਮੈਨੂੰ ਕਹਿੰਦੇ ਵੀ ਕਾਕਾ ਇਹ ਇੱਧਰ ਆ ਜਾ ਹੁਣ ਬਸ ਤੈਨੂੰ ਇੱਧਰ ਆਉਣਾ ਪੈਣਾ ਹੁਣ ਇਹਨੂੰ ਮਜਬੂਰੀ ਸਮਝ ਸ਼ੌਕ ਸਮਝ ਕੁਝ ਵੀ ਸਮਝ ਪਰ ਤੈਨੂੰ ਇਹ ਕਰਨਾ ਪੈਣਾ ਤੇ ਬਸ ਕਹਿ ਲਓ ਕਿ ਮੇਰੀ ਮਜਬੂਰੀ ਮੁੜ ਕੇ ਇਹ ਕਹਿ ਲਓ ਕਿ ਸ਼ੌਕ ਦੇ ਵਿੱਚ ਕਨਵਰਟ ਹੋਈ ਹੈ ਤੇ ਮੈਂ ਬੜਾ ਧੰਨਭਾਗੀ ਹਾਂ ਕਿ ਮਾਲਕ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਹਨੇ ਮੇਰੇ ਤੇ ਰਹਿਮਤ ਭਰਿਆ ਹੱਥ ਰੱਖਿਆ ਔਰ ਬਜ਼ੁਰਗ ਇਹੋ ਜਿਹੇ ਦਿੱਤੇ ਜਿਨ੍ਹਾਂ ਨੇ ਸੰਸਕਾਰ ਵੀ ਦਿੱਤੇ ਤੇ ਗਾਣਾ ਵੀ ਸਿਖਾਇਆ। ਤੁਹਾਡੇ ਪਿਤਾ ਜੀ ਖੁਦ ਬਹੁਤ ਚੰਗੇ ਪਹਿਲਵਾਨ ਸਨ, ਕ੍ਰਿਕਟ ਕਿਉਂ ਨਹੀਂ ਖੇਡਣ ਦਿੱਤੀ ਉਹਨਾਂ ਨੇ? ਉਹਨਾਂ ਨੂੰ ਤਾਂ ਆਪ ਉਹਨਾਂ ਦੇ ਫਾਦਰ ਸਾਹਿਬ ਨੇ ਕੁੱਟ ਕੇ ਇੱਧਰ ਲੈ ਕੇ ਆਂਦਾ ਸੀ। ਬਦਲਾ ਲਿਆ ਤੁਹਾਡੇ ਤੋਂ? ਮੈਨੂੰ ਲੱਗਦਾ ਨਹੀਂ, ਐਕਚੁਅਲੀ ਉਹੀ ਗੱਲ ਫੇਰ ਆ ਗਈ ਕਿ ਜਿਹੜੇ 3 ਭੈਣ ਭਾਈ ਸੀਗੇ ਉਹਨਾਂ 'ਚੋਂ ਕੋਈ ਵੀ ਨਹੀਂ ਗਾਉਂਦਾ ਸੀ ਤੇ ਉਹਨਾਂ ਨੂੰ ਲੱਗਦਾ ਸੀਗਾ ਕਿ ਸਾਡੀ ਪੀੜ੍ਹੀ ਖਤਮ ਨਾ ਹੋਵੇ, ਕਿਉਂਕਿ ਉਹਨਾਂ ਨੇ ਜਦੋਂ ਉਹਨਾਂ ਤਿੰਨਾਂ ਨੂੰ ਦੇਖ ਲਿਆ ਸੀ ਕਿਉਂਕਿ ਐਕਟੀਵਿਟੀ ਜਿਹੜੀ ਬੱਚੇ ਦੀ ਹੁੰਦੀ ਹੈ ਤੁਹਾਨੂੰ ਪਤਾ ਪਹਿਲੇ ਕੁਝ ਸਾਲਾਂ ਦੇ ਵਿੱਚ ਪਤਾ ਲੱਗ ਜਾਂਦੀ, ਸ਼ਾਇਦ ਉਹਨਾਂ ਨੂੰ ਪਤਾ ਲੱਗ ਗਿਆ ਸੀ। ਔਰ ਜਦੋਂ ਮੈਂ ਹੋਇਆ ਸੀ, ਜਨਮ ਹੋਇਆ ਸੀ ਮੇਰਾ, ਤੇ ਬੀਜੀ ਦੱਸਦੇ ਆ ਕਿ ਮੈਨੂੰ ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਲੈ ਕੇ ਤੇ ਮੇਰੇ ਕੰਨ ਦੇ ਵਿੱਚ ਮਤਲਬ ਇੱਕ ਕਹਿ ਲਓ ਕਿ ਗੁੜਤੀ ਦੇ ਰੂਪ ਦੇ ਵਿੱਚ ਸੱਚੀ ਮੁੱਚੀ ਉਹਨਾਂ ਨੇ ਗੁੜਤੀ ਦੇਣ ਤੋਂ ਪਹਿਲਾਂ ਗਾ ਕੇ ਕੰਨ ਦੇ ਲਾਗੇ ਮੈਨੂੰ ਕਰਕੇ ਹੱਥਾਂ 'ਚ ਫੜ ਕੇ ਆਪਣੇ ਤੇ ਮੈਂ ਉਹਨਾਂ ਨੇ ਠੁਮਰੀ ਜਾਂ ਕੁਝ ਕਲਾਸੀਕਲ ਲੰਗ ਦਾ ਕੋਈ ਚੀਜ਼ ਗਾਈ ਸੀ ਤੇ ਬੀਜੀ ਹੋਰੀ ਦੱਸਦੇ ਆ ਵੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਗੁੜਤੀ ਦਿੱਤੀ ਸੀਗੀ, ਪਹਿਲਾਂ ਗਾਇਆ ਸੀ। ਕਿੰਨੀਆਂ ਪੀੜ੍ਹੀਆਂ ਤੋਂ ਤੁਹਾਨੂੰ ਯਾਦ ਆ ਕਿ ਤੁਹਾਡੇ ਪਿਤਾ ਜੀ, ਤੁਹਾਡੇ ਦਾਦਾ ਜੀ, ਫਿਰ ਪੜਦਾਦਾ ਜੀ, ਕਿੱਥੋਂ ਤੱਕ ਯਾਦ ਆ ਕਿ ਜਿਹੜੀ ਗਾਇਕੀ ਦੀ ਪਰੰਪਰਾ ਚੱਲੀ ਆਉਂਦੀ ਹੈ? ਘੱਟੋ ਘੱਟ ਤੀਸਰੀ ਤਾਂ ਹੈ। ਅੱਛਾ। ਹਾਂਜੀ, ਦਾਦਾ ਜੀ ਗਾਉਂਦੇ ਸੀਗੇ, ਸ਼ਾਇਦ ਉਹਨਾਂ ਤੋਂ ਜਿਹੜੇ ਬਜ਼ੁਰਗ ਸੀਗੇ ਕੁਝ ਉਹ ਸ਼ਾਇਰੀ ਦਾ ਜਾਂ ਉਂਝ ਕੋਈ ਜਿੱਦਾਂ ਕਹਿ ਲਓ ਕਿ ਅਵਾਮੀ ਕੰਮ ਨਹੀਂ ਕਰਦੇ ਹੋਣਗੇ, ਪਰ ਕਹਿ ਲਓ ਕਿ ਮਹਿਫਲੀ ਉੱਦਾਂ ਕਿਤੇ ਬੈਠ ਕੇ ਉਂਝ ਮਹਿਫਿਲ ਲੱਗੀ ਤਾਂ ਉਂਝ ਗਾਉਂਦੇ ਹੋਣਗੇ ਸ਼ੌਕ ਦਾ, ਪਰ ਇੰਨਾ ਜ਼ਿਆਦਾ ਨਹੀਂ ਸੀ। ਤੁਹਾਡੇ ਪਿਤਾ ਜੀ ਤੇ ਤੁਹਾਡੇ ਚਾਚਾ ਜੀ, ਤੁਹਾਡੇ ਬਾਬਾ ਜੀ ਤੋਂ ਹੀ ਸਿੱਖੇ ਜਾਂ ਬਾਹਰੋਂ ਕਿਸੇ ਉਸਤਾਦ ਤੋਂ? ਸ਼ੁਰੂਆਤ ਜਿਹੜਾ ਉਹਨਾਂ ਨੇ ਜਿਹੜਾ ਇੱਕ ਕਹਿ ਲਓ ਕਿ ਕੁਆਲੀ ਦਾ ਜਿਹੜਾ ਇੱਕ ਉਹ ਦਾਇਰਾ ਸੀ ਉਹ ਦਾਦਾ ਜੀ ਦੇ ਕੋਲੋਂ ਹੀ ਲਿਆ। ਅੱਛਾ। ਫਿਰ ਉਸ ਤੋਂ ਬਾਅਦ ਜਿਹੜੀ ਕਲਾਸੀਕਲ ਦੀ ਜਿਹੜੀ ਟ੍ਰੇਨਿੰਗ ਸੀਗੀ ਉਹਨਾਂ ਨੇ ਬੜੇ ਉਸਤਾਦ ਗੁਲਾਮ ਅਲੀ ਖਾਨ ਸਾਹਿਬ ਦੇ ਸ਼ਾਗਿਰਦ ਸੀਗੇ। ਅੱਛਾ। ਪੰਡਿਤ ਦੁਰਗਾ ਦਾਸ ਜੀ, ਉਹ ਅੱਗੋਂ ਉਹਨਾਂ ਦੇ ਦਾਦਾ ਗੁਰੂ ਸੀਗੇ। ਉਹਨਾਂ ਦੇ ਬੜੇ ਉਸਤਾਦ ਗੁਲਾਮ ਅਲੀ ਖਾਨ ਸਾਹਿਬ ਦੇ ਜਿਹੜੇ ਚੇਲੇ ਸੀਗੇ ਉਹ ਸੀਗੇ ਉਸਤਾਦ ਮੱਛਰ ਅਲੀ ਖਾਨ ਤੇ ਫਿਰ ਉਹਨਾਂ ਤੋਂ ਬਾਅਦ ਫਿਰ ਉਹ ਉਸਤਾਦ ਦੁਰਗਾ ਦਾਸ ਜੀ ਜਿਹੜੇ ਸਾਡੇ ਅੰਮ੍ਰਿਤਸਰ ਦੇ ਵਿੱਚ ਹੀ ਰਹਿੰਦੇ ਸੀਗੇ। ਈਵਨ ਦੇਖੋ ਉਹਨਾਂ ਦਾ ਵੀ ਅੱਗੇ ਕੋਈ ਬੱਚਾ ਗਾਉਣ ਵਾਲਾ ਨਹੀਂ ਹੋਇਆ ਬਾਅਦ 'ਚ, ਉਹਨਾਂ ਦੇ ਸ਼ਾਗਿਰਦ ਇਹੀ ਨੇ ਤੇ ਇਹਨਾਂ ਨੇ ਫਿਰ ਜੋ ਨਾਮ ਦੁਨੀਆ 'ਚ ਕੀਤਾ। ਲਖਵਿੰਦਰ, ਏਡੇ ਵੱਡੇ ਕਲਾਸੀਕਲ ਗਵਈਏ ਹੋਣ ਤੋਂ ਬਾਅਦ ਵੀ ਸ਼ੁਰੂ ਦੇ ਦਿਨਾਂ ਦੇ ਵਿੱਚ ਮੇਰੇ ਕੋਲ ਇੱਕ ਬਹੁਤ ਪੁਰਾਣੀ ਵੀਡੀਓ ਸੀ, ਮੈਂ ਉਹ ਮੇਰਾ ਖਿਆਲ 10 ਕੁ ਸਾਲ ਪਹਿਲਾਂ ਟੈਲੀਵਿਜ਼ਨ ਤੇ ਵਿਖਾਈ ਸੀ, ਜਿਹਦੇ ਵਿੱਚ ਤੁਹਾਡੇ ਪਿਤਾ ਜੀ ਥੱਲੇ ਹਾਰਮੋਨੀਅਮ ਤੇ ਨੇ ਔਰ ਤੁਹਾਡੇ ਚਾਚਾ ਜੀ ਪਿਆਰੇ ਲਾਲ ਜੀ ਜਿਹੜੇ ਆ ਉਹ ਮੇਲ ਇੱਕ ਭੂਮਿਕਾ ਦੇ ਵਿੱਚ ਨੇ, ਇੱਕ ਮੁੰਡਾ ਨਾਲ ਪੈਰਾਂ ਵਿੱਚ ਘੁੰਗਰੂ ਬੰਨ ਕੇ ਰਾਸ ਪਾਉਂਦੇ ਨੇ ਤੇ ਵੇਲਾਂ ਕਰਦੇ ਨੇ, ਕ੍ਰਿਸ਼ਨ ਲੀਲਾ, ਰਾਸ ਲੀਲਾ, ਡਰਾਮਾ ਟਾਈਪ। ਉਹ ਜਿਹੜੇ ਤੀਸਰੇ ਆਰਟਿਸਟ ਨੇ ਉਹ ਕੌਣ ਨੇ ਨਾਲ ਉਹਨਾਂ ਦੇ? ਉਹ ਉਹਨਾਂ ਦੇ ਨਾਲ ਉਹਨਾਂ ਦਾ ਨਾਮ ਹੈਗਾ, ਮੈਂ ਜਿੱਥੇ ਤੱਕ ਸੁਣਿਆ ਉਹਨਾਂ ਕੋਲੋਂ ਬਿੰਦੀ ਉਹਨਾਂ ਨੂੰ ਕਹਿੰਦੇ ਸੀ, ਚੰਨ। ਅੱਛਾ। ਚੰਨ ਬਿੰਦੀ ਕੋਈ ਇਦਾਂ ਕਰਕੇ ਨਾਮ ਸੀ। ਉਹ ਵੀ ਆਪਣੇ ਪਰਿਵਾਰ ਦੇ ਵਿੱਚੋਂ ਸੀ? ਨਹੀਂ, ਉਹ ਇਦਾਂ ਸੀਗਾ ਕਿ ਜਿੱਦਾਂ ਡਰਾਮਾ ਜਿੱਦਾਂ ਕਰਦੇ ਸੀ ਉਹਦੇ 'ਚ ਕੈਰੈਕਟਰ ਜਿੱਦਾਂ ਲੈ ਲੈਂਦੇ ਸੀਗੇ। ਉਹ ਫਿਰ ਹੌਲੀ ਕਰਕੇ ਜਦੋਂ ਸਮਾਂ ਚੇਂਜ ਹੁੰਦਾ ਗਿਆ, ਕਈ ਉਸ ਕਹਿ ਲਓ ਕਿ ਟ੍ਰੇਨ ਦੇ ਵਿੱਚੋਂ ਲੱਥਦੇ ਗਏ, ਕਈ ਚੜ੍ਹਦੇ ਗਏ ਤੇ ਜਿਨ੍ਹਾਂ ਨੇ ਫਿਰ ਉਹ ਕਹਿ ਲਓ ਵੀ ਸਫ਼ਰ ਲੰਬੇ ਦੀ ਜਿਹੜੀ ਤਿਆਰੀ ਕੀਤੀ ਸੀਗੀ ਉਹ ਫਿਰ ਦੋਵੇਂ ਭਰਾ ਜਿਹੜੇ ਆ। ਤੁਹਾਡੇ ਇੱਕ ਚਾਚਾ ਜੀ ਭਾਈ ਨਿਰਮਲ ਸਿੰਘ ਖਾਲਸਾ ਹੋਰਾਂ ਨਾਲ ਕੀਰਤਨ ਵੀ ਕਰਦੇ ਨੇ ਜੀ, ਕਰਤਾਰ ਸਿੰਘ ਜੀ। ਹਾਂਜੀ, ਤਬਲੇ ਤੇ ਸਾਥ ਜੀ, ਤਬਲੇ ਦੇ ਸਾਥ। ਉਹਨਾਂ ਨੇ ਨਹੀਂ ਤੁਹਾਡੇ ਪਿਤਾ ਜੀ ਦੇ ਨਾਲ ਤੀਸਰੇ ਬੰਦੇ ਜਿੱਦਾਂ ਤੁਸੀਂ ਕੀਤਾ ਸੀ? ਉਹਨਾਂ ਨੇ ਕੀਤਾ ਸੀ ਤੇ ਉਹਨਾਂ ਨੇ ਜਿੰਨਾ ਵੀ ਇਹਦਾ ਸਬਕ ਸੀਗਾ ਪਹਿਲਾਂ ਪਾਪਾ ਜੀ ਦੇ ਕੋਲੋਂ ਹੀ ਲਿਆ
ਅੱਛਾ। ਬਲਕਿ ਤੁਸੀਂ ਦੂਰਦਰਸ਼ਨ ਜਿਹੜੇ ਜਲੰਧਰ ਤੋਂ ਜਿਹੜੇ ਸਰਕਾਰੀ ਪ੍ਰੋਗਰਾਮ ਜਿਹੜੇ ਹੁੰਦੇ ਸੀਗੇ ਉਹਦੇ 'ਚ ਬਹੁਤ ਸਾਰੀਆਂ ਰਿਕਾਰਡਿੰਗਸ ਨੇ, ਉਹਦੇ 'ਚ ਉਹ ਵਜਾ ਰਹੇ ਆ ਨਾਲ ਜੀ। ਕਰਿਆ ਨਨਾਣ ਨੇ ਹਾਏ ਗੱਲ ਕੀਤੀ ਨੀ ਭਾਬੀ ਇੱਕ ਜੋਗੀ ਨਵਾਂ ਆਇਆ ਨੀ ਕੰਨਿਓਸ ਦੇ ਦਰਸ਼ਨੀ ਹਾਏ ਨੀ ਮੁੰਦਰਾਂ ਨੇ ਤੇ ਗਲ ਹੈਂਕਲਾਂ ਅਜਬ ਸੁਹਾਇਆ ਨੀ। ਵਾਰਿਸ ਸ਼ਾਹ ਨੇ ਲਿਖਣ ਵਾਲੀ ਵੀ ਕਮਾਲ ਕੀਤੀ, ਕਮਾਲ ਕੀਤੀ ਤੇ ਉੱਤੇ ਗਾਇਕ ਤੁਹਾਡੇ ਵਰਗਾ ਹੋਵੇ ਤੇ ਫਿਰ ਸੁਹਾਗਾ ਹੁੰਦਾ। ਇਹ ਮਸਲਾ ਤੇ ਰੂਹ ਤੇ ਬੁੱਤ ਦਾ ਹੀ ਸੀ, ਤੇ ਫਕੀਰਾਂ ਨੇ ਤੇ ਇਹੀ ਦੱਸਿਆ ਕਿ ਰੂਹ ਨੂੰ ਹੀਰ ਮੰਨਦੇ ਆਏ ਤੇ ਬੁੱਤ ਨੂੰ ਰਾਂਝਾ ਮੰਨਦੇ। ਅਸਲ ਦੇ ਵਿੱਚ ਜਦੋਂ ਤੁਸੀਂ ਪੜ੍ਹੀ ਹੋਣੀ ਆ ਉਹਦੇ ਵਿੱਚ ਕੱਲੀ ਹੀਰ ਰਾਂਝੇ ਦੀ ਕਹਾਣੀ ਨਹੀਂ ਗੀ, ਉਹਦੇ ਚ ਆਲੇ ਦੁਆਲੇ ਦਾ ਇਤਿਹਾਸ ਜਿਹੜਾ ਹੈ ਨਾ ਉਹਨੂੰ ਬੜਾ ਬਹੁਤ ਨੌਲੇਜ। ਦੇਖੋ ਜੇ ਘਾਹ ਤੇ ਗੱਲ ਸ਼ੁਰੂ ਹੋ ਜਾਏ ਤੇ ਘਾਹ ਦੀਆਂ ਨਸਲਾਂ ਪਤਾ ਨਹੀਂ ਕਿੰਨੀਆਂ ਗਿਣਾ ਛੱਡੀਆਂ ਉਹਨਾਂ ਨੇ, ਜੇ ਇਸਤਰੀ ਦੀ ਗੱਲ ਸ਼ੁਰੂ ਹੋਈ ਤਾਂ ਇਸਤਰੀ ਤੇ ਪਤਾ ਨਹੀਂ ਉਹਨਾਂ ਨੇ ਕਿੰਨੇ ਤਰ੍ਹਾਂ ਦੇ ਉਹਨਾਂ ਨੇ ਗਿਣਾ ਛੱਡੇ, ਜੇ ਘੋੜਿਆਂ ਦੀ ਨਸਲ ਦੀ ਗੱਲ ਸ਼ੁਰੂ ਹੋ ਰਹੀ ਉਹਨਾਂ ਦੀ ਉੱਥੇ ਪਤਾ ਨਹੀਂ ਕਿੰਨੀ, ਇੰਨੀ ਨੌਲੇਜ ਪਤਾ ਨਹੀਂ ਕਿੱਥੋਂ ਇਕੱਠੀ ਕੀਤੀ ਹੋਏਗੀ। ਜਾਂ ਕੋਈ ਮਾਲਕ ਦੀ ਰਹਿਮਤ ਦੇ ਨਾਲ ਹੀ ਚੀਜ਼ਾਂ ਬਣਦੀਆਂ ਜਿਹੜੀਆਂ ਅਮਰ ਹੋ ਜਾਂਦੀਆਂ। ਲਖਵਿੰਦਰ ਜੀ, ਇੱਕ ਮੁਲਾਕਾਤ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਲੰਬੀ ਕਰਾਂਗੇ ਗਾਇਕੀ ਦੇ ਬਾਰੇ 'ਚ, ਦੁਬਾਰਾ ਤੁਹਾਨੂੰ ਇਸੇ ਸਟੂਡੀਓ ਦੇ ਵਿੱਚ ਫਿਰ ਮਿਲਾਂਗੇ ਤੇ ਹੋਰ ਬਹੁਤ ਸਾਰੀਆਂ ਗੱਲਾਂ ਸੰਗੀਤ ਦੇ ਬਾਰੇ 'ਚ, ਤੁਹਾਡੇ ਬਾਰੇ 'ਚ, ਤੁਹਾਡੇ ਖਾਨਦਾਨ ਦੇ ਬਾਰੇ 'ਚ ਆਪਾਂ ਕਰਾਂਗੇ। ਅੱਜ ਆਉਣ ਲਈ ਟਾਈਮ ਕੱਢਣ ਲਈ ਬਹੁਤ ਮਿਹਰਬਾਨੀ। ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਥੈਂਕ ਯੂ। ਮਸ਼ਹੂਰ ਕਬੱਡੀ ਸਟਾਰ ਸ਼ੰਭੂ ਭਰੋਲੀ ਵਾਲੇ ਨੇ ਹਰ ਤਰ੍ਹਾਂ ਦੀਆਂ ਕਾਰਾਂ ਲਈ ਖੋਲ ਦਿੱਤਾ ਹੈ JP ਟਰਾਂਸਮਿਸ਼ਨ। ਫਰੇਜ਼ਰ ਹਾਈਵੇ ਅਤੇ 152 ਦੇ ਖੂੰਜੇ 'ਚ JP ਟਰਾਂਸਮਿਸ਼ਨ 604 497 1217 JP ਟਰਾਂਸਮਿਸ਼ਨ। ਸੁਪਰ ਵੀਜ਼ਾ 10 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਹੈ ਜਿਸ ਦੇ ਨਾਲ ਸਾਡੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ 8 ਹਫ਼ਤੇ ਦੇ ਅੰਦਰ ਸਾਡੇ ਕੋਲ ਕੈਨੇਡਾ ਆ ਸਕਦੇ ਹਨ। ਕੈਨੇਡੀਅਨ ਇਮੀਗ੍ਰੇਸ਼ਨ ਦੇ ਅਨੁਸਾਰ ਹਰ ਮਹੀਨੇ 1000 ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਆਪਣੇ ਬੱਚਿਆਂ ਕੋਲ ਕੈਨੇਡਾ ਆ ਰਹੇ ਹਨ। ਸੁਪਰ ਵੀਜ਼ਾ ਅਪਲਾਈ ਕਰਨ ਦੇ ਲਈ ਕੈਨੇਡੀਅਨ ਇੰਸ਼ੋਰੈਂਸ ਕੰਪਨੀ ਕੋਲੋਂ $1 ਲੱਖ ਦੀ ਮੈਡੀਕਲ ਇੰਸ਼ੋਰੈਂਸ ਕਰਾਉਣਾ ਲਾਜ਼ਮੀ ਹੈ। ਤੁਸੀਂ ਕੈਨੇਡਾ ਦੇ ਕਿਸੇ ਵੀ ਸ਼ਹਿਰ ਸਾਡਾ ਪ੍ਰੋਗਰਾਮ ਦੇਖ ਰਹੇ ਹੋ, ਸੁਪਰ ਵੀਜ਼ਾ ਇੰਸ਼ੋਰੈਂਸ ਦੇ ਬੈਸਟ ਪ੍ਰਾਈਸਸ ਦੇ ਲਈ ਸਕਰੀਨ ਤੇ ਆ ਰਹੇ ਨੰਬਰਸ ਤੇ ਮੈਨੂੰ ਹੁਣੇ ਕਾਲ ਕਰੋ। ਟਰੱਕ, ਟ੍ਰੇਲਰ ਅਤੇ ਹੈਵੀ ਇਕੁਇਪਮੈਂਟ ਲਈ ਲੋਨ ਚਾਹੀਦਾ ਹੈ ਤਾਂ ਕਾਲ ਪਲੈਨਟ ਫਾਈਨੈਂਸ਼ੀਅਲ ਦੇ ਗੌਰਵ ਜੀ 647 409 7501। Bad credit, no problem. Starline Painting. Spray paint, hotel, motel, commercial, residential painting ਵਿੱਚ specialize ਕਰਦੇ ਨੇ। Starline Painting. Free estimate ਲੈਣ ਲਈ ਹੁਣੇ ਹੀ ਕਾਲ ਕਰੋ 4162304000। Starline Painting. ਡਿਕਸੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਕੋਲ 1332 ਖਾਲਸਾ ਡਰਾਈਵ ਤੇ ਖੁੱਲ ਚੁੱਕਾ ਹੈ ਡਿਕਸੀ ਮੈਡੀਕਲ ਕਲੀਨਿਕ, ਜਿਸ ਵਿੱਚ ਫਾਰਮੇਸੀ ਹੈ, ਵਾਕ-ਇਨ ਕਲੀਨਿਕ ਹੈ, ਜਿਸ ਦੇ ਨਾਲ ਕਾਇਰੋਪ੍ਰੈਕਟਰ ਅਤੇ ਲੈਬ ਔਨ ਸਾਈਟ ਹੈ। ਤੁਸੀਂ ਆਨਲਾਈਨ ਦਵਾਈਆਂ ਆਰਡਰ ਕਰਕੇ ਪਿਕਅਪ ਕਰ ਸਕਦੇ ਹੋ ਜਾਂ ਦਵਾਈਆਂ ਤੁਹਾਡੇ ਘਰ ਡਿਲੀਵਰ ਵੀ ਕੀਤੀਆਂ ਜਾ ਸਕਦੀਆਂ ਨੇ। ਡਿਕਸੀ ਗੁਰਦੁਆਰਾ ਸਾਹਿਬ ਦੇ ਬਿਲਕੁਲ ਕੋਲ ਡਿਕਸੀ ਮੈਡੀਕਲ ਕਲੀਨਿਕ 9056967070। ਫਰਨੀਚਰ ਦਾ ਇੱਕ ਬਹੁਤ ਸੋਹਣਾ ਸਟੋਰ ਆਲ ਕਾਈਂਡਸ ਫਰਨੀਚਰ, ਤੁਹਾਡੇ ਮਨਪਸੰਦ ਦਾ ਫਰਨੀਚਰ ਅਤੇ ਗਿਫਟ ਆਈਟਮਸ। ਆਲ ਕਾਈਂਡਸ ਫਰਨੀਚਰ, ਕੁਝੇ 'ਚ ਬੰਦ ਕੀਤਾ ਹੋਇਆ ਸਮੁੰਦਰ। ਆਲ ਕਾਈਂਡਸ ਫਰਨੀਚਰ, डिलीवरी फ्री। कॉल अजमेर सिंह 416 741 4686। ऑल काइंड्स फर्नीचर। ਲੈਣਾ ਏ ਟਰੱਕ ਲੋਨ ਵੱਡੀ ਨਾ ਕੋਈ ਗੱਲ, ਤੇਜ ਟਰੱਕ ਲੋਨ ਵਾਲੇ ਕੱਢਣਗੇ ਹੱਲ। ਕਰ ਟਰੱਕ ਲੋਨ ਸਿਰਾ ਲਾਈ ਜਾਂਦੇ ਨੇ, ਪੂਰੇ ਹੀ ਕੈਨੇਡਾ ਧੁੰਮਾਂ ਪਾਈ ਜਾਂਦੇ ਨੇ।
ਠੀਕ ਸੁਣਿਆ, ਲੋਨ ਇੱਕ ਟਰੱਕ ਦਾ ਹੋਏ ਜਾਂ 50 ਟਰੱਕਾਂ ਦਾ, ਜਾਂ ਫਿਰ ਲੋਨ ਹੋਏ ਹੈਵੀ ਇਕਵਿਪਮੈਂਟ ਦਾ। ਚਾਹ ਪੀਂਦਿਆਂ ਲੋਨ ਕਰ ਦਿੰਦੇ ਨੇ ਪਰਮਜੀਤ ਸਿੰਘ। 416 804 2015 ਜਾਂ ਫਿਰ ਆਓ 1200 ਡੇਰੀ ਰੋਡ ਈਸਟ ਯੂਨਿਟ ਨੰਬਰ 22 ਮਿਸੀਸਾਗਾ ਦੇ ਵਿੱਚ। 416 804 2015। ਟੈਲੀਟਾਈਮ ਕੋਲ ਬਹੁਤ ਵਧੀਆ ਕੀਮਤ ਤੇ ਹਰ ਤਰ੍ਹਾਂ ਦਾ ਇਲੈਕਟ੍ਰੋਨਿਕ ਸਮਾਨ, ਜਿਵੇਂ ਕਿ 55 ਤੋਂ 85 ਇੰਚ ਦਾ 4K ਅਲਟਰਾ HD ਸਮਾਰਟ ਟੀਵੀ, ਡਿਸ਼ਵਾਸ਼ਰ, ਸਟੋਵ, ਫ੍ਰਿਜ, ਵਾਸ਼ਿੰਗ ਮਸ਼ੀਨ, ਆਟਾ ਗੁੰਨਣ ਵਾਲੀ ਮਸ਼ੀਨ ਅਤੇ ਹੋਰ ਬਹੁਤ ਕੁਝ ਮਿਲ ਸਕਦਾ ਹੈ। ਇਹਨਾਂ ਦੀਆਂ 6 ਲੋਕੇਸ਼ਨਾਂ ਹਨ ਅਤੇ ਤੁਹਾਡੇ ਸਮਾਨ ਨੂੰ ਫਾਈਨਾਂਸ ਵੀ ਕਰਦੇ ਹਨ। ਹੋਰ ਜਾਣਕਾਰੀ ਲਈ ਟੈਲੀਟਾਈਮ ਦੇ ਕਿਸੇ ਵੀ ਸਟੋਰ ਨੂੰ ਸੰਪਰਕ ਕੀਤਾ ਜਾ ਸਕਦਾ ਹੈ। 905 273 5550 905 273 5550। ਹਰ ਤਰ੍ਹਾਂ ਦੇ ਇਲੈਕਟ੍ਰੋਨਿਕ ਸਮਾਨ ਲਈ ਟੈਲੀਟਾਈਮ। ਹਰਬੰਸ ਸਿੰਘ ਜੀ, ਏਕਮ ਦੀ ਸਟੂਡੀਓ ਸਵਾਗਤ। ਰਾਏ ਸਾਹਿਬ, ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ, ਤੁਸੀਂ ਸੁਣਾਓ? ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ, ਮਤਲਬ ਤੁਹਾਨੂੰ ਨਗਰ ਕੀਰਤਨ ਤੇ ਤੁਹਾਡੇ ਸਟੂਡੀਓ ਦੇ ਵਿੱਚ ਮਿਲ ਕੇ। ਤੁਹਾਨੂੰ ਜਿੰਨੇ ਤੁਸੀਂ ਸੋਹਣੇ ਸੁਨੱਖੇ, ਉਦੋਂ ਕਿਤੇ ਜ਼ਿਆਦਾ ਖੁਸ਼ ਦਿਲ ਵੀ ਹੋ। ਬਰਾੜ ਸਾਹਿਬ, ਕਿੰਨਾ ਚਿਰ ਹੋ ਗਿਆ ਤੁਹਾਨੂੰ ਮੈਨੀਟੋਬਾ ਜਾਨੀ ਵਿਨੀਪੈਗ ਵਿੱਚ ਵਸਦੇ ਹਾਂ? ਮੈਨੂੰ 30 ਸਾਲ ਹੋ ਗਏ ਪੂਰੇ। 1985 ਸਤੰਬਰ 1985 ਦੇ ਵਿੱਚ ਮੈਂ ਇੱਥੇ ਮੂਵ ਹੋਇਆ ਸੀਗਾ। 13 ਸਾਲ ਪਹਿਲਾਂ ਅਸੀਂ BC ਦੇ ਵਿੱਚ ਮੇਰੇ ਵਿਨੀਪੈਗ ਖਾਸ ਤੌਰ ਤੇ ਮੈਨੀਟੋਬਾ ਦਾ ਜਿਹੜਾ ਸ਼ਹਿਰ ਹੈ, ਉਹਦੀ ਵਸੋਂ ਕਿਹੋ ਜਿਹੀ ਹੈ? ਬਹੁਤ ਵਧੀਆ, ਮਤਲਬ ਫਰੈਂਡਲੀ ਮੈਨੀਟੋਬਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਮੈਨੀਟੋਬਾ। ਹਰ ਕਮਿਊਨਿਟੀ ਤੁਹਾਨੂੰ ਉੱਥੇ ਮਿਲ ਜੂਗੀ। ਉਹਦੀ ਜਿਹੜੀ ਆਬਾਦੀ ਹੈ ਅੱਜ ਇਹਨਾਂ ਸਾਲਾਂ ਦੇ ਵਿੱਚ ਜਿਹੜੀ ਮਿਲੀਅਨ ਤੋਂ ਉੱਪਰ ਟੱਪ ਚੁੱਕੀ ਹੈ ਮੈਨੀਟੋਬਾ ਦੀ ਸਾਰੇ ਦੀ। ਵਿਨੀਪੈਗ ਦੀ ਸ਼ਾਇਦ 8 ਲੱਖ ਜਾਂ ਇਸ ਤੋਂ ਜ਼ਿਆਦਾ ਹੋਵੇ। ਜਿਹੜੇ ਸਿੱਖ ਹੈ, ਮਤਲਬ ਮੈਨੀਟੋਬਾ ਦੇ ਵਿੱਚ ਪਹਿਲਾ ਸਿੱਖ 1914 ਤੋਂ 16 ਤੱਕ ਰਿਹਾ ਸੀ, ਜਿਉਣ ਸਿੰਘ, ਜਿਹੜਾ ਕਿ ਉੱਥੋਂ ਦੀ ਸਾਨੂੰ ਡਾਇਰੈਕਟਰੀ ਤੋਂ ਪਤਾ ਲੱਗਦਾ ਹੈ। ਪਰ ਉਸ ਤੋਂ ਬਾਅਦ ਜਿਹੜੇ 1964 ਦੇ ਵਿੱਚ ਮੈਨੀਟੋਬਾ ਦੇ ਵਿੱਚ ਸਿੱਖ ਹੋਣੇ ਸ਼ੁਰੂ ਹੋਏ ਆ। ਥੋੜਾ ਜਿਹਾ ਇਹਨੂੰ ਐਲੈਬੋਰੇਟ ਕਰੋ ਕਿ ਸਿੱਖਾਂ ਦੀਆਂ ਪ੍ਰਾਪਤੀਆਂ ਜਿਹੜੀਆਂ ਮੈਨੀਟੋਬਾ ਦੇ ਵਿੱਚ ਉਹ ਕਿਹੜੀਆਂ-ਕਿਹੜੀਆਂ? 1964 ਤੋਂ ਲੈ ਕੇ, ਜਦ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਦੇ ਵਿੱਚ ਪਹਿਲਾਂ ਹਿਸਟਰੀ ਸਿੱਖਾਂ ਦੀ ਮਾੜੀ ਜੀ ਦੱਸ ਦਿਆਂ। 1964 ਤੋਂ ਲੈ ਕੇ 1969 ਤੱਕ ਮਤਲਬ ਸਿਰਫ 10 ਫੈਮਲੀਆਂ ਸੀਗੀਆਂ ਵਿਨੀਪੈਗ ਦੇ ਵਿੱਚ, ਜਿਨ੍ਹਾਂ 10 ਦੇ ਵਿੱਚੋਂ 7 ਬੰਦਿਆਂ ਨੇ ਮਤਲਬ ਨਾਮ ਰਜਿਸਟਰ ਕਰਾਇਆ ਦ ਸਿੱਖ ਸੁਸਾਇਟੀ ਆਫ ਮੈਨੀਟੋਬਾ। ਵਾਓ। ਪਹਿਲਾਂ ਰੈਂਟ ਦੇ ਵਿੱਚੋਂ ਹਰੇਕ 3 ਮਹੀਨੇ ਮਤਲਬ ਉਹਨਾਂ ਨੇ ਦਰਬਾਰ ਲਾਉਣੇ ਸ਼ੁਰੂ ਕੀਤੇ, ਜਿਵੇਂ ਕਿ ਦੀਵਾਲੀ, ਲੋਹੜੀ, ਵਿਸਾਖੀ, ਇਸ ਤਰ੍ਹਾਂ ਕੀਤੇ। ਫਿਰ ਵਾਧੇ ਫਿਰ ਰੈਂਟ ਤੇ ਸੀ। ਫਿਰ ਆਪਦੀ ਬਿਲਡਿੰਗ ਲੈ ਲਈ ਕੈਥਗਾਰਡ ਤੇ। ਪਹਿਲਾਂ ਕਿਸੇ ਟਵਾਨੀ ਟਾਵਰ ਦੇ ਵਿੱਚ ਵੀ ਰਹੇ। ਪਰ ਉਸ ਤੋਂ ਬਾਅਦ ਜਿਹੜੀ ਕਿ 84 ਤੇ ਇਹ 1984 ਜਦੋਂ ਦਰਬਾਰ ਸਾਹਿਬ ਤੇ ਅਟੈਕ ਹੁੰਦਾ, ਉਸੇ ਵੀਕਐਂਡ ਤੇ ਇਸ ਬਿਲਡਿੰਗ ਦੀ ਜਿਹੜੀ ਓਪਨਿੰਗ 1244 ਮਾਡਲ ਰੋਡ ਤੇ ਜਿਹੜੀ ਹੈਗੀ ਹੈ। ਮਤਲਬ 1978 ਦੇ ਵਿੱਚ ਮੇਰਾ ਖਿਆਲ ਹੈ ਸਭ ਤੋਂ ਪਹਿਲਾਂ ਜਿਹੜਾ ਹੈਗਾ ਸਿਟੀ ਦੇ ਉੱਤੇ ਨਿਸ਼ਾਨ ਸਾਹਿਬ ਚੜਾਉਣਾ, ਮਤਲਬ ਈਅਰ ਗਲਤ ਹੋ ਸਕਦਾ, ਸੌਰੀ, ਮਤਲਬ 1900 ਇਹਨਾਂ ਸਾਲਾਂ ਦੇ ਵਿੱਚ ਸਿਟੀ ਹਾਲ ਦੇ ਉੱਤੇ ਨਿਸ਼ਾਨ ਸਾਹਿਬ ਚੜਾਉਣਾ ਪਹਿਲਾਂ ਸ਼ੁਰੂ। ਅੱਛਾ, ਉੱਥੋਂ ਦੀ ਜਿਹੜੀ ਕਾਉਂਸਲ ਸਿਟੀ ਹਾਲ ਆ ਉਹਦੇ ਉੱਤੇ ਸਿੱਖੀ ਦਾ ਨਿਸ਼ਾਨ, ਮਤਲਬ ਕਿ ਜਿਹੜਾ ਨਿਸ਼ਾਨ ਸਾਹਿਬ ਉਹ ਚੜਾਉਂਦੇ ਤੁਸੀਂ? ਵਿਸਾਖੀ ਵਾਲੇ ਦਿਨ ਅਸੀਂ ਨਿਸ਼ਾਨ ਸਾਹਿਬ ਚੜਾਉਂਦੇ ਆ, ਸਾਰਾ ਦਿਨ ਝੂਲਦਾ ਰਹਿੰਦਾ। ਤੇ ਜਿਹੜਾ ਉਹਨਾਂ ਦਾ ਨਿਸ਼ਾਨ ਉਹ ਲਾਉਂਦੇ ਆ। ਬਿਲਕੁਲ, ਸਾਡੇ ਇੱਥੇ ਸਾਰੇ ਵਿਨੀਪੈਗ ਦਾ ਇੱਕੋ ਸਿਟੀ ਹਾਲ ਹੈ ਤੇ ਉਹਦੇ ਵਿੱਚ ਜਿਹੜਾ ਹੈਗਾ ਜਮਾ ਸੈਂਟਰ ਦੇ ਵਿੱਚ ਆ, ਮੇਨ ਸਟਰੀਟ ਦੇ ਉੱਤੇ ਆ। ਉਹ ਲਾ ਕੇ ਮਤਲਬ ਉੱਥੇ ਕਾਫੀ ਆਪਣੀ ਜਿਹੜੀ ਕਮਿਊਨਿਟੀ ਇਕੱਠੀ ਹੋਈ ਵੀ ਹੁੰਦੀ ਆ ਉਸ ਦਿਨ। ਉਹਨਾਂ ਦਾ ਜਿਹੜਾ ਨਿਸ਼ਾਨ ਸਾਹਿਬ ਉਹਨਾਂ ਕੋਲ ਹੀ ਰਹਿੰਦਾ, ਉਹ ਹਰੇਕ ਸਾਲ ਉਹ ਆਪ ਲਾਉਂਦੇ ਆ। ਜਦ ਮੈਂ ਤੁਹਾਡੇ ਨਾਲ ਹੈ, ਤੁਹਾਨੂੰ ਮੈਂ ਵੀਡੀਓ ਵੀ ਮਤਲਬ ਇੱਕ ਦਿਨ ਫਿਰ ਖਾਲਸੇ ਦਾ ਰਾਜ ਹੁੰਦਾ ਰਹਿੰਦਾ ਪੂਰਾ ਜੀ। ਬਿਲਕੁਲ, ਪਰ ਬੜੇ ਮਾਣ ਨਾਲ ਮੇਅਰ ਆਪ ਆ ਕੇ ਬੋਲਦਾ, ਜਾਂ ਉਹਨਾਂ ਦੇ ਰਿਪਰੈਜ਼ੈਂਟੇਟਿਵ ਜਿਹੜੇ ਹੁੰਦੇ। ਪਿਛਲੇ 2-3 ਸਾਲ ਤੋਂ ਤਾਂ ਮੈਂ ਆਪ ਚੜਾਉਂਦਾ ਰਿਹਾ ਮੇਅਰ ਦੇ ਨਾਲ, ਮੈਂ ਤੁਹਾਨੂੰ ਵੀਡੀਓ ਵੀ ਵਿਖਾ ਸਕਦਾ। ਪਰ ਉਹਨਾਂ ਮਤਲਬ ਚੜਾਉਂਦੇ ਆ ਬੜੀ ਸ਼ਾਨ ਸ਼ੌਕਤ ਦੇ ਨਾਲ, ਮਤਲਬ ਜਿਹੜੀ ਹੈਗੇ ਚੜਾਉਂਦੇ। ਸਭ ਤੋਂ ਪਹਿਲੀ ਪ੍ਰਾਪਤੀ ਤਾਂ ਜਿਹੜੀ ਹੈਗੀ ਮੈਨੀਟੋਬਾ ਦੇ ਸਿੱਖਾਂ ਦੀ ਇਹ ਆ। ਉਸ ਤੋਂ ਅੱਗੇ ਜਿਹੜਾ ਹੈਗਾ ਮੋਟਰਸਾਈਕਲ ਦੇ ਉੱਤੇ ਹਾਰਡ ਹੈਟ, ਮਤਲਬ ਬਿਲਕੁਲ ਮਤਲਬ ਕੋਈ ਲੈਣ ਦੀ ਸਾਨੂੰ ਮਤਲਬ ਸਾਡੇ ਨਹੀਂ ਹਾਲੇ ਹੋਇਆ, ਤੁਹਾਡੇ ਨਹੀਂ ਹੋਇਆ, ਤੁਸੀਂ ਲੜ ਰਹੇ ਆ ਜਿਹੜੇ ਉੱਥੋਂ ਵਾਲੇ। ਤੇ ਤੀਸਰਾ ਜਿਹੜੇ 1999 ਦੇ ਵਿੱਚ ਜਦੋਂ ਪਹਿਲਾ ਅਸੀਂ ਨਗਰ ਕੀਰਤਨ ਕੱਢਿਆ 1999 300 ਸਾਲ ਮਨਾਇਆ, ਸਾਰੇ ਗੁਰਦੁਆਰਿਆਂ ਨੇ ਇਕੱਠਾ ਹੋ ਕੇ ਮਨਾਇਆ। ਤਾਂ ਉਸ ਵੇਲੇ ਜਿਹੜੀ ਉੱਥੋਂ ਦੀ ਗੌਰਮੈਂਟ ਸੀ, PC ਗੌਰਮੈਂਟ ਸੀਗੀ, ਤੇ ਲਿਬਰਲ ਦੇ ਵਿੱਚ ਸੀਗੇ ਦੂਸਰੇ ਮਤਲਬ ਕੁਝ ਬੰਦੇ ਸੀਗੇ ਜਿਹੜੇ ਜਿਹਦੇ 'ਚ ਕੈਮਲ ਨਹਿਰੂ ਸੀਗਾ। ਉਹਨਾਂ ਨੇ ਮਤਾ ਪਾ ਕੇ ਸਾਡੇ 5 ਘਰਾਂ ਨੂੰ ਪੂਰੀ ਮਾਨਤਾ ਦਿੱਤੀ ਹੈ, ਫੁੱਲ ਮਾਨਤਾ। ਹੁਣ ਤੁਸੀਂ ਕਿਰਪਾਨ ਪਾ ਕੇ ਜਿੱਥੇ ਕਿਤੇ ਵੀ ਬਿਲਕੁਲ ਲੈਜਿਸਲੇਟਰ ਤੋਂ ਮੇਰੇ ਕੋਲ ਗੁਰਪ੍ਰੀਤ ਮਤਲਬ ਕੈਲੀਫੋਰਨੀਆ ਤੋਂ ਆਏ ਸੀਗੇ ਤੇ ਮੈਂ ਉਹਨੂੰ ਵਿਖਾਉਣ ਚਲਿਆ ਗਿਆ। ਉਹਦੀ ਉੱਤੋਂ ਦੀ ਵੱਡੀ ਕਿਰਪਾਨ ਪਾਈ ਵੀ ਤੇ ਮਤਲਬ ਵੇਖ ਕੇ ਕਹਿੰਦੇ ਵਾਓ ਯੂ ਲੁੱਕ ਵੈਰੀ ਨਾਈਸ। ਸੋ ਉਹ ਮਤਲਬ ਹੈਰਾਨ ਹੋ ਗਿਆ ਕਿ ਮਤਲਬ ਯਾਰ ਕਮਾਲ ਦੀ। ਸਾਡੇ ਪੁਲਿਸ ਜੋਬਾਂ ਜਾਂ ਸਿਟੀ ਦੀਆਂ ਜੋਬਾਂ ਜਾਂ ਕੋਈ ਵੀ ਜੋਬ ਹੈ, ਭਲਾ ਹਸਪਤਾਲ ਦੇ ਕਿਤੇ ਵੀ ਜੋਬ ਹੈ, ਤੁਸੀਂ ਆਪਦੇ ਪੂਰੇ 5 ਕਾਰ ਮਾਨ ਦੇ ਨਾਲ ਰੱਖ ਸਕਦੇ ਕੋਈ ਤੁਹਾਨੂੰ। ਚੌਥੀ ਜਿਹੜੀ ਸਾਡੀ ਸੀਗੀ ਹੈਗੀ ਆ, ਜਿਹੜਾ ਅਸੀਂ ਨਗਰ ਕੀਰਤਨ 2004 ਤੋਂ ਸ਼ੁਰੂ ਕੀਤਾ, ਇਹਨਾਂ ਨੇ ਹੁਣ ਪਿਛਲੇ 2 ਸਾਲ ਤੋਂ ਜਿਹੜਾ ਹੈਗਾ ਉਹ ਦਿਨ ਜਿਹੜਾ ਹੈਗਾ ਪੱਕਾ ਕਰਤਾ ਸਾਡਾ। ਸਤੰਬਰ ਦਾ ਪਹਿਲਾ ਲੌਂਗ ਵੀਕਐਂਡ ਆ ਜਿਹੜਾ ਹੈਗਾ, ਮਤਲਬ ਲੌਂਗ ਵੀਕਐਂਡ ਆਉਂਦਾ ਹੀ ਆ। ਸੋ ਉਹ ਸਾਨੂੰ ਕੋਈ ਪਰਮਿਟ ਕੋਈ ਕੁਛ ਮਤਲਬ ਉੱਥੇ ਉਹਨਾਂ ਨਾਲ ਕੋਈ ਬਹੁਤਾ ਜਦੋਜਹਿਦ ਕਰਨ ਦੀ ਕੋਈ ਨਹੀਂ। ਈਵਨ ਉਹ ਖਰਚਾ ਵੀ ਆਪ ਜਿਹੜਾ ਪੁਲਿਸ ਵਗੈਰਾ ਦਾ ਖਰਚਾ ਵੀ ਸਾਰਾ ਉਹ ਆਪ ਕਰਦੇ ਆ। ਸੋ ਉਹ ਸਾਡਾ ਪੱਕਾ ਕਨਫਰਮ ਹੋ ਗਿਆ। ਜਦੋਂ ਉਹਨੇ 4 ਪਰੇਡਾਂ ਜਿਹੜੀਆਂ ਦੂਜੀਆਂ ਜਿਵੇਂ ਸੈਂਟਾ ਪਰੇਡ, ਵਿਕਟੋਰੀਆ, ਉਹ ਉਹਨਾਂ ਦੇ ਨਾਲ ਸਾਨੂੰ ਦਰਜਾ ਬਰਾਬਰ ਇਹ ਵੀ ਸਾਨੂੰ ਨਾਲ ਮਿਲ ਗਿਆ ਜਿਹੜਾ।
ਪੰਜਵਾਂ ਜਿਹੜਾ ਹੈਗਾ ਫੁੱਲ ਪਾਉਣ ਦੀ, ਜਿਵੇਂ ਕਿ ਆਪਣੀ ਜਿਹੜੀ ਰਹਿਤ ਮਰਜ਼ਾਦਾ ਦੇ ਵਿੱਚ ਹੈਗਾ, ਮਤਲਬ ਕਿਤੇ ਵੀ ਵਗਦੇ ਪਾਣੀ ਦੇ ਵਿੱਚ ਆਪਾਂ ਹਿਊਮਨ ਰਿਮੇਨਸ ਜਿਹੜੇ ਅਸਥੀਆਂ ਜਿਹੜੀਆਂ ਪਾਉਣੀਆਂ ਹੁੰਦੀਆਂ, ਸੋ ਉਹ ਵਗਦੇ ਪਾਣੀ ਦੇ ਵਿੱਚ ਅਸੀਂ ਕਿਤੇ ਵੀ ਮੈਨੀਟੋਬਾ ਦੇ ਦਰਿਆ ਦੇ ਵਿੱਚ ਵਗਦੇ ਪਾਣੀ ਦੇ ਵਿੱਚ ਕਿਤੇ ਵੀ ਅਸੀਂ ਪਾ ਸਕਦੇ ਹਾਂ। ਬਰਾੜ ਸਾਹਿਬ, ਮੈਨੀਟੋਬਾ ਦੇ ਵਿੱਚ ਕਿੰਨੇ ਗੁਰਦੁਆਰਾ ਸਾਹਿਬਾਨ ਨੇ? ਮੈਨੀਟੋਬਾ ਦੇ ਵਿੱਚ 8 ਗੁਰਦੁਆਰਾ ਸਾਹਿਬ ਹੈ। ਉਹ ਸਾਰੇ ਵਿਨੀਪੈਗ ਦੇ ਵਿੱਚ ਹੀ ਹੈ? ਸਾਰੇ ਵਿਨੀਪੈਗ ਦੇ ਵਿੱਚ ਹੈ। ਉਹਦੇ ਵਿੱਚ ਮਤਲਬ ਉਹਦਾ ਰੀਜ਼ਨ ਇਹ ਹੈ ਕਿ ਜੇ ਨਾਰਥ ਤੋਂ ਸਾਊਥ ਵਾਲੇ ਪਾਸੇ ਜਾਣਾ ਹੋਵੇ ਤਾਂ 20 ਤੋਂ 25 ਕਿਲੋਮੀਟਰ ਵਾਟ ਪੈਂਦੀ ਹੈ, ਜੇ ਈਸਟ ਟੂ ਵੈਸਟ ਜਾਣਾ ਹੋਵੇ ਤਾਂ ਇੰਨੀ ਕੀ ਉਧਰਲੇ ਪਾਸੇ ਨੂੰ ਪਏ। ਸੋ ਮਤਲਬ ਉੱਥੇ ਗੁਰਦੁਆਰਿਆਂ ਦੀ ਕੋਈ ਉਹ ਲੜਾਈ ਦੇ ਵਿੱਚ ਜਾਂ ਜਦੋਜਹਿਦ ਦੇ ਵਿੱਚ ਨਹੀਂ ਮਤਲਬ ਬਣੇਗੇ, ਉੱਥੇ ਲੋੜ ਸੀਗੀ। ਸੋ ਜਿਹੜੀ ਵੱਡੀ ਗੱਲ ਇਹ ਹੈਗੀ ਹੈ ਕਿ ਜਿਵੇਂ ਸਾਡਾ ਉੱਥੇ ਸਿੱਖ ਬੋਰਡ ਬਣਿਆ ਵਾ, ਕਦੇ ਵੀ ਕੋਈ ਗੱਲਬਾਤ ਆਉਂਦੀ, ਕੋਈ ਕੌਮੀ ਮੁੱਦਾ ਹੁੰਦਾ ਤਾਂ ਮਤਲਬ ਇਕੱਠੇ ਹੁੰਦੇ ਆ। ਜਿਵੇਂ ਨਗਰ ਕੀਰਤਨ ਭਾਵੇਂ ਕਿ ਸਾਰੀ ਤਿਆਰੀ ਉਹਦੀ ਸਿੱਖ ਸਟੇਡੀਅਮ ਮੈਨੀਟੋਬਾ ਕਰਦੀ ਹੈ, ਇੱਥੇ ਗੁਰੂ ਘਰ ਦੇ ਵਿੱਚ ਹੀ ਹੁੰਦੀ ਆ, ਪਰ ਮਾਣ ਸਾਰੇ ਗੁਰਦੁਆਰਿਆਂ ਨੂੰ ਦਿੱਤਾ ਜਾਂਦਾ ਕਿ ਮਤਲਬ ਸਾਰੇ ਗੁਰਦੁਆਰਿਆਂ ਵੱਲੋਂ ਸਿੱਖ ਬੋਰਡ ਦੇ ਅੰਡਰ ਜਿਹੜਾ ਹੈਗਾ ਮਤਲਬ ਕੱਢਿਆ ਜਾਂਦਾ, ਕੀਤਾ ਜਾਂਦਾ। ਸੋ ਇਹ ਗੁਰਦੁਆਰਾ ਜਿਹੜਾ ਹੈਗਾ, ਜਿਹੜਾ ਸਭ ਤੋਂ ਵੱਡਾ ਜਿਹੜਾ ਮਤਲਬ ਸਿੱਖ ਸੁਸਾਇਟੀ ਆਫ ਮੈਨੀਟੋਬਾ, ਇਹ ਜਿਹੜੀ ਬਿਲਡਿੰਗ ਹੈ ਇੱਥੇ ਜਿਹੜੀ ਸੀਗੀ 1984 ਤੋਂ ਇੱਥੇ ਆਈ ਹੈ। ਇਹਨੂੰ ਇੱਥੇ ਆਈ ਨੂੰ 30 ਸਾਲ ਹੋ ਗਏ ਆ। ਮੈਂ ਹੈਰਾਨ ਆ ਕਿ 8 ਗੁਰਦੁਆਰਾ ਸਾਹਿਬਾਨ ਆ, ਉਹਨਾਂ ਦੀਆਂ ਆਪਣੀਆਂ ਕਮੇਟੀਆਂ ਆ, ਤੇ ਉੱਥੇ ਤੁਸੀਂ ਕਹਿੰਦੇ ਲੜਾਈ ਝਗੜਾ ਹੈ ਨਹੀਂ, ਕਿੰਤੂ ਪਰੰਤੂ ਹੁੰਦਾ ਹੀ ਨਹੀਂ। ਵੈਲ ਮਤਲਬ ਇੱਕ ਸਿਸਟਮ ਆਪਸ ਵਿੱਚ ਪਹਿਲੀ ਤਾਂ ਗੱਲ ਸੰਗਤ ਬਹੁਤ ਥੋੜੀ ਹੈ, ਸਾਹਿਬ ਦੀ ਹੈ। 13 ਮੈਂਬਰ ਦੀ ਕਮੇਟੀ ਹੈ, ਜਿਹਦੇ ਵਿੱਚੋਂ 2 ਲੇਡੀਜ਼ ਦੀਆਂ ਮਤਲਬ ਜਿਹੜੀਆਂ ਰਿਜ਼ਰਵ ਸੀਟਾਂ, ਉਹਦੇ 'ਚ ਭਲਾ 11 ਜਿਹੜੇ ਬਾਕੀ ਦੇ ਆ, 9 ਆ ਜਿਹੜੇ ਬਾਕੀ ਦੇ, ਭਾਵੇਂ ਸਾਰੇ ਲੇਡੀਜ਼ ਬਣ ਜਾਣ, ਪਰ 2 ਸੀਟਾਂ ਲੇਡੀਜ਼ ਵਾਸਤੇ ਰਿਜ਼ਰਵ ਰੱਖੀਆਂ ਹੋਈਆਂ। ਉੱਥੇ ਕੋਈ ਬੰਦਾ ਖੜ ਨਹੀਂ ਸਕਦਾ ਗਾ। 2 ਸਟੂਡੈਂਟ ਵਾਸਤੇ, ਜਿਹੜੇ ਯੂਨੀਵਰਸਿਟੀ ਸਟੂਡੈਂਟਾਂ ਵਾਸਤੇ ਆ 2 ਸੀਟਾਂ ਜਿਹੜੀਆਂ ਹੈਗੀਆਂ, ਉੱਥੇ ਮਤਲਬ ਯੂਨੀਵਰਸਿਟੀ ਸਟੂਡੈਂਟ ਹੀ ਜਿਹੜੇ ਹੈਗੇ ਆਉਣੇ ਆ। ਜੋੜਨ ਵਾਸਤੇ ਜਿਹੜੀ ਹੈਗੀ ਆ, ਜਿਸ ਤਰ੍ਹਾਂ ਇੰਡੀਆ ਤੋਂ ਆਉਂਦੇ ਆ ਮਤਲਬ ਨਵੀਆਂ ਫੈਮਿਲੀਆਂ ਆਉਂਦੀਆਂ, $1 ਦੇ ਕੇ ਤੁਸੀਂ 90 ਦਿਨਾਂ ਦੇ ਵਿੱਚ ਫਾਰਮ ਭਰੋ, ਤੁਸੀਂ ਗੁਰਦੁਆਰਾ ਸਾਹਿਬ ਦੇ ਮੈਂਬਰ ਬਣ ਸਕਦੇ ਹੋ। ਦੂਸਰੀ ਗੱਲ ਜਿਹੜੀ ਸਾਡੀ ਕਮੇਟੀ ਦੀਆਂ ਪ੍ਰਲਬਧੀਆਂ ਜਿਹੜੀਆਂ ਕਮੇਟੀ ਦੀਆਂ ਹੈਗੀਆਂ, ਕਿ ਕੋਈ ਵੀ ਕਮੇਟੀ ਦਾ ਮੈਂਬਰ ਸਾਡੀ ਦਾ ਸ਼ਰਾਬ ਪੀਂਦਾ ਨਹੀਂ ਬਣ ਸਕਦਾ। ਅੱਛਾ, ਹਾਂ, ਜਿਹੜਾ ਹੈਗਾ ਪ੍ਰਧਾਨ ਜਿਹੜਾ ਉਹ ਅੰਮ੍ਰਿਤਧਾਰੀ ਤੇ ਜਿਹੜਾ ਸੈਕਟਰੀ ਹੈ ਉਹ ਅੰਮ੍ਰਿਤਧਾਰੀ ਹੋਣੇ ਜ਼ਰੂਰੀ ਹੈ। ਕੋਈ ਬੰਦਾ ਪਿਛਲੇ 7 ਸਾਲ ਦੇ ਵਿੱਚ ਬੈਂਕਰਪਸੀ ਕੀਤੀ ਹੋਵੇ, ਉਹ ਮਤਲਬ ਬੋਰਡ ਮੈਂਬਰ ਨਹੀਂ ਬਣ ਸਕਦਾ ਗਾ। ਕਿਸੇ ਦੇ ਉੱਤੇ ਚਾਰਜ ਕਨਵੈਕਟ ਹੋਇਆ ਹੋਵੇ, ਮਤਲਬ ਉਹ ਬੰਦਾ ਮਤਲਬ ਬਣ ਨਹੀਂ ਸਕਦਾ ਗਾ। ਰਿਸ਼ਤੇਦਾਰ, ਬਲੱਡ ਰਿਲੇਸ਼ਨ ਜਾਂ ਜਿਹੜੇ ਆਪਣੇ ਫੈਮਿਲੀ ਰਿਲੇਸ਼ਨ ਹੁੰਦੇ ਆ, ਸਹੁਰੇ ਮਤਲਬ ਇਸ ਤਰ੍ਹਾਂ ਹੁੰਦੇ ਆ, ਕੋਈ ਮਤਲਬ 2 ਬੰਦੇ ਕਮੇਟੀ ਦੇ ਵਿੱਚ, ਈਵਨ 5 ਮੈਂਬਰੀ ਕੌਂਸਲ ਬਰਾਬਰ ਚੱਲਦੀ ਹੈ 5 ਮੈਂਬਰਾਂ ਦੀ, ਉਹ ਅੰਮ੍ਰਿਤਧਾਰੀ ਸਿੰਘਾਂ ਦੀ ਕਮੇਟੀ ਹੈ। ਜੇ ਕੋਈ ਕਿਸੇ ਤਰ੍ਹਾਂ ਦਾ ਗੁਰੂ ਘਰ ਦੇ ਵਿੱਚ ਕੋਈ ਰੌਲਾ ਰੱਪਾ ਪੈਂਦਾ ਹੈ ਤਾਂ ਪਹਿਲਾਂ ਸ਼ਿਕਾਇਤ ਉਹਨਾਂ ਨੂੰ ਜਾਣੀ ਹੈ। ਤੁਸੀਂ ਇੱਕ ਬੰਦਾ ਹੀ ਤੁਸੀਂ ਗੁਰਦੁਆਰੇ ਦੀ ਕਮੇਟੀ 'ਚ ਆ ਸਕਦੇ, ਇਹ ਨਹੀਂ ਕਿ ਤੁਸੀਂ ਤੁਹਾਡੇ 5 ਬੰਦੇ ਆ ਜਾਣ ਜਾਂ 4 ਬੰਦੇ ਆ ਜਾਣ ਜਾਂ ਤਾਂ ਆ ਜਾਣ 3 ਵਾਰ, ਇੱਕੋ ਬੰਦਾ ਮਤਲਬ ਜਿਹੜਾ ਹੈਗਾ ਆਊਗਾ ਹੈਗਾ। ਬਰਾੜ ਸਾਹਿਬ, ਚੰਗੀ ਗੱਲ ਹੈ ਕਿ ਤੁਹਾਡਾ ਜਿਹੜਾ ਮੈਸੇਜ ਆ ਪੂਰੇ ਕੈਨੇਡਾ ਦੇ ਵਿੱਚ ਸਪਰੈਡ ਹੋ ਰਿਹਾ। ਜਿੱਥੇ ਵੀ ਗੁਰਦੁਆਰਾ ਸਾਹਿਬਾਨ ਨੇ, ਮੇਰਾ ਖਿਆਲ ਹੈ ਉਹਨਾਂ ਨੂੰ ਵੀ ਇਹ ਚੰਗੀਆਂ ਚੀਜ਼ਾਂ ਲਾਗੂ ਕਰਨੀਆਂ ਚਾਹੀਦੀਆਂ। ਮੈਨੂੰ ਯਾਦ ਆ ਜਦੋਂ ਅਸੀਂ ਅਮਰ ਆਰਟਸ ਆਫ ਲਾਈਫ ਸੰਸਥਾ ਸ਼ੁਰੂ ਕੀਤੀ, ਕੁਝ ਵੋਲੰਟੀਅਰਸ ਨੇ ਰਲ ਕੇ, ਤੇ ਤੁਹਾਡੇ ਬਹੁਤ ਵਧੀਆ ਫੇਸਬੁੱਕ ਤੇ ਮੈਨੂੰ ਮੈਸੇजेस ਆਏ, ਆਪਣੀ ਫੋਨ ਤੇ ਵੀ ਗੱਲ ਹੋਈ। ਤੁਸੀਂ ਉਸ ਸੰਸਥਾ ਨੂੰ ਅੱਗੇ ਲੈ ਕੇ ਜਾਣ ਲਈ ਸਾਨੂੰ ਬਹੁਤ ਬੂਸਟ ਕੀਤਾ, ਸ਼ਾਬਾਸ਼ ਦਿੱਤੀਆਂ। ਹੁਣ ਮੈਨੂੰ ਇਹ ਵੀ ਚੰਗਾ ਲੱਗਾ ਕਿ ਭੁਪਿੰਦਰ ਸਿੰਘ ਤੂਰ ਹੁਰੀ ਇੱਥੇ ਆਏ, ਉਹਨਾਂ ਨੇ ਇਸ ਨਗਰ ਕੀਰਤਨ ਜਿਹੜਾ ਹੋ ਕੇ ਹਟਿਆ ਹੈ, ਉੱਥੇ ਤੁਹਾਡੇ ਸਹਿਯੋਗ ਦੇ ਨਾਲ, ਸਾਰਿਆਂ ਦੇ ਨਾਲ ਤੁਸੀਂ ਰਲ ਕੇ ਔਰਗਨ ਡੋਨੇਸ਼ਨ ਦੀ ਕੈਂਪੇਨ ਕੀਤੀ ਔਰ ਬਹੁਤ ਵਧੀਆ ਭਰਮਾ ਹੁੰਗਾਰਾ ਮਿਲਿਆ। ਇਹਦੇ ਬਾਰੇ 'ਚ ਤੁਸੀਂ ਹੋਰ ਕੀ ਕਹਿਣਾ ਚਾਹੋਗੇ? ਰਾਏ ਸਾਹਿਬ, ਮੈਂ ਤੁਹਾਡਾ ਪ੍ਰੋਗਰਾਮ ਪਿਛਲੇ ਬਹੁਤ ਲੰਮੇ ਸਮੇਂ ਤੋਂ ਸੁਣਦਾ ਆ ਰਿਹਾ, ਤੇ ਤੁਸੀਂ ਮਤਲਬ ਜਿਹੜੀ ਹੈਗੀ ਹੈ ਕਿਸੇ ਦੀ ਕਦੇ ਨਿੰਦਿਆ ਨਹੀਂ ਕੀਤੀ, ਕਦੇ ਕਿਸੇ ਨੂੰ ਮਤਲਬ ਝੂਠੀ ਕਿਸੇ ਦੀ ਵਡਿਆਈ ਨਹੀਂ ਕੀਤੀ ਗਈ, ਜਾਂ ਕਿਸੇ ਦੀ ਤੁਸੀਂ ਵਿਰੋਧਤਾ ਨਹੀਂ ਕੀਤੀ। ਮਤਲਬ ਭਾਵੇਂ ਮੈਂ ਟੇਪ ਰਿਕਾਰਡ ਕਰਕੇ ਤੁਹਾਡੇ ਪ੍ਰੋਗਰਾਮ ਸੁਣਾ, ਵੀਕ ਬਾਅਦ ਮਤਲਬ ਸੁਣਦਾ ਰਹਿਣਾ। ਮਤਲਬ ਤੁਸੀਂ ਜਦੋਂ ਤੋਂ ਇਹ ਕਾਰਜ ਵਿੱਢਿਆ ਸੀ, ਮੈਂ ਉਦੋਂ ਤੋਂ ਹੀ ਤੁਹਾਨੂੰ ਕਹਿੰਦਾ ਸੀ ਕਿ ਤੁਸੀਂ ਵਧਾਈ ਦੇ ਪਾਤਰ ਹੈ। ਤੇ ਦੂਜੀ ਗੱਲ, ਸਾਡੇ ਗੁਰੂ ਸਾਹਿਬਾਨਾਂ ਤੋਂ ਹੀ ਸਾਨੂੰ ਜਿਹੜੀਆਂ ਸੇਧਾਂ ਮਿਲਦੀਆਂ ਕਿ ਮਨੁੱਖਤਾ ਦਾ ਭਲਾ ਕਰਨਾ। ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਸੀਸ ਦਿੱਤੇ ਆ ਮਨੁੱਖਤਾ ਲਈ, ਤੇ ਅਸੀਂ ਆਪਦੇ ਅੰਗ ਨਹੀਂ ਦਾਨ ਕਰ ਸਕਦੇ ਕਿ ਉਦੋਂ ਤੋਂ ਮੈਂ ਤੁਹਾਨੂੰ ਵਧਾਈਆਂ ਦਿੰਦਾ ਸੀ ਕਿ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਆ। ਸੋ ਇਹਦੇ ਨਾਲ ਭੁਪਿੰਦਰ ਤੂਰ ਰੇਡੀਓ ਚਲਾ ਰਹੇ ਆ, ਬੜੇ ਯੰਗ ਨੌਜਵਾਨ ਆ, ਬੜੇ ਮਤਲਬ ਹਿੰਮਤੀ ਆ, ਬਹੁਤ ਵਧੀਆ ਕਰ ਰਹੇ ਆ। ਅਸੀਂ ਵੀ ਉਹਨਾਂ ਦੇ ਨਾਲ ਮਤਲਬ ਜਿੰਨਾ ਵੀ ਹੈਗਾ, ਅਸੀਂ ਵੀ ਮੋਢੇ ਨਾਲ ਮੋਢਾ ਲਾਉਂਦੇ। ਤੇ ਤੁਹਾਨੂੰ ਵੀ ਮੈਂ ਕਹਿੰਦਾ ਕਿ ਮਤਲਬ ਵੀ ਬਹੁਤ ਵਧੀਆ, ਇਦੋਂ ਮਨੁੱਖਤਾ ਦਾ ਇਦੋਂ ਕੋਈ ਵਧੀਆ ਸੁੱਚਾ ਬਹੁਤ ਕਾਜ ਹੋਰ ਵੀ ਆ, ਪਰ ਇਹ ਵੀ ਇੱਕ ਬਹੁਤ ਸੱਚਾ ਸੁੱਚਾ ਬਹੁਤ ਵਧੀਆ ਕਾਜ ਆ ਜਿਹੜਾ ਤੁਸੀਂ ਕਰ ਰਹੇ ਆ। ਤੁਸੀਂ ਵਧਾਈ ਦੇ ਪਾਤਰ ਹੈ, ਭੁਪਿੰਦਰ ਤੂਰ ਵੀ ਪਾਤਰ ਹੈ। ਪਰ ਅਸੀਂ ਮਤਲਬ ਜਿੰਨਾ ਵੀ ਮੈਂ ਆਪਦੇ ਵੱਲੋਂ, ਸੰਸਥਾ ਵੱਲੋਂ, ਮਤਲਬ ਮੈਂ ਆਪਦੇ ਪਰਿਵਾਰ ਵੱਲੋਂ ਜਿੰਨਾ ਵੀ ਵੱਧ ਤੋਂ ਵੱਧ ਮਤਲਬ ਕਰ ਸਕਿਆ, ਮੈਂ ਜ਼ਰੂਰ ਤੁਹਾਡੇ ਨਾਲ ਮਤਲਬ ਕਰੂੰਗਾ। ਬਰਾੜ ਸਾਹਿਬ, ਅਸੀਂ ਉਮੀਦ ਰੱਖਦੇ ਹਾਂ, ਬੈਸਟ ਵਿਸ਼ੇਸ ਦਿੰਦੇ ਹਾਂ ਕਿ ਜਿਵੇਂ ਤੁਸੀਂ ਤਰੱਕੀਆਂ ਕਰ ਰਹੇ ਹੋ ਉੱਥੇ, ਤੇ ਤੁਹਾਡੇ ਲਈ, ਸਾਰੀ ਕਮਿਊਨਿਟੀ ਲਈ ਬੈਸਟ ਵਿਸ਼ੇਸ ਨੇ। ਤੁਸੀਂ ਅੱਜ ਟਾਈਮ ਕੱਢ ਕੇ ਸਾਡੇ ਸਟੂਡੀਓ 'ਚ ਆਏ, ਇੰਨੀਆਂ ਸਾਰੀਆਂ ਚੰਗੀਆਂ ਗੱਲਾਂ ਕੀਤੀਆਂ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਰਾਏ ਸਾਹਿਬ, ਮੈਂ ਤੁਹਾਡਾ ਬਹੁਤ ਦਿਲੋਂ ਧੰਨਵਾਦ ਕਰਦਾ। ਬਹੁਤ ਚੰਗੇ ਇਨਸਾਨ, ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਆ। ਮਤਲਬ ਤੁਸੀਂ ਇਸੇ ਤਰ੍ਹਾਂ ਲੱਗੇ ਰਹੋ, ਇਸੇ ਤਰ੍ਹਾਂ ਕਰਦੇ ਰਹੋ। ਤੁਸੀਂ ਸੇਧਾਂ ਦੇਣ ਵਾਲੇ, ਮਤਲਬ ਇੱਕ ਤੁਹਾਨੂੰ ਮੀਡੀਏ ਨੂੰ, ਤੁਹਾਨੂੰ ਤੁਹਾਡੇ ਵਰਗੇ ਸੱਜਣਾਂ ਨੂੰ ਲੋਕ ਸੁਣ ਕੇ ਜਿਹੜੀਆਂ ਹੈਗੀਆਂ ਸੇਧਾਂ ਲੈਂਦੇ ਆ। ਸੋ ਤੁਸੀਂ ਲੱਗੇ ਰਹੋ, ਮਤਲਬ ਤੁਹਾਨੂੰ ਵੇਖ ਕੇ ਅਸੀਂ ਜਿਵੇਂ ਬੜੀਆਂ ਚੰਗੀਆਂ ਗੱਲਾਂ ਸਿੱਖਦੇ ਰਹਾਂਗੇ।
ਬਹੁਤ ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਰਾਂਸਪੋਰਟ ਨੂੰ ਲੋਕਲ, ਮੌਂਟਰੀਅਲ, USA ਅਤੇ ਹਰ ਪਾਸੇ ਨੂੰ ਚੱਲਣ ਵਾਲੇ 1 ਸਾਲ ਦੇ ਤਜਰਬੇ ਨਾਲ ਟਰੱਕ ਡਰਾਈਵਰ ਚਾਹੀਦੇ ਹਨ। ਕਾਲ ਗੁਰਨੇਕ ਖਟੜਾ 416 829 48 28। CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ। ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ। ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। ਜਨਵਰੀ 1, 2004 ਜਾਂ ਉਸ ਤੋਂ ਬਾਅਦ ਪੈਦਾ ਹੋਏ ਬੱਚਿਆਂ ਨੂੰ ਕੈਨੇਡਾ ਲਰਨਿੰਗ ਬੌਂਡ ਮਿਲ ਸਕਦਾ ਹੈ ਜੇਕਰ ਤੁਸੀਂ ਨੈਸ਼ਨਲ ਚਾਈਲਡ ਬੈਨੀਫਿਟ ਸਪਲੀਮੈਂਟ ਲਈ ਕੁਆਲੀਫਾਈ ਕਰਦੇ ਹੋ। ਇਹ ਹੈ ਕਿ ਜਾਂ ਕਿਹੜੀ ਫੈਮਲੀਜ਼ ਕੁਆਲੀਫਾਈ ਕਰ ਸਕਦੀਆਂ ਨੇ, ਉਸ ਦੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਸਾਨੂੰ ਇੱਕ ਵਾਰੀ ਕਾਲ ਜ਼ਰੂਰ ਕਰਿਓ 416 930 43 53। ਦੰਦਾਂ ਦੀ ਫਿਲਿੰਗ, ਸਫਾਈ, ਰੂਟ ਕੈਨਾਲ ਜਾਂ ਬ੍ਰੇਸਿਸ ਯਾਨੀ ਦੰਦਾਂ ਦੀ ਹਰ ਤਰ੍ਹਾਂ ਦੀ ਸਾਂਭ ਸੰਭਾਲ। ਸੰਪਰਕ ਕਰੋ ਡਾਕਟਰ ਸਰਬਜੀਤ ਢਿੱਲੋਂ ਤੇ ਡਾਕਟਰ ਸੁਪਿੰਦਰ ਢਿੱਲੋਂ। ਬ੍ਰਾਂਪਟਨ ਵਿੱਚ 2 ਲੋਕੇਸ਼ਨਸ ਨਾਲ ਸਰਵ ਕਰ ਰਹੇ ਨੇ, 900 ਰੇ ਲੌਸਨ ਬੁਲੇਵਰਡ ਔਰ ਨਵੀਂ ਦੂਜੀ ਲੋਕੇਸ਼ਨ 60 ਲੈਕੋਸਟੇ ਬੁਲੇਵਰਡ। 905 794 7744 905 874 86 64। ਦੇ ਸਕਦੇ ਹਾਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇੱਕ ਖੂਬਸੂਰਤ ਅਤੇ ਤੰਦਰੁਸਤ ਮੁਸਕਾਨ। ਘਰ, ਮਕਾਨ ਜਾਂ ਦੁਕਾਨ, प्रॉपर्टी दी हर मुश्किल नू करे आसान। काबिल ते ईमानदार सेल्स रिप्रेजेंटेटिव राणा रणधीर सिंह सिद्धू जेड़े ब्रैम्पटन ते मिसिसागा तो अपने भरोसेमंद सेवावां प्रदान करदे ने। अज ही कॉल करो 905 915 84 84 905 915 8484। घर खरीदना है या प्रॉपर्टी विच इन्वेस्ट करके चंगा प्रॉफिट हासिल करना है, कॉल करो रॉयल लीपेज फ्लावर सिटी रियल्टी दे राणा रणधीर सिंह सिद्धू नू। हम मुबारकां जस्से गुड्डी दे रोके दियां ओ मेरे लाइक कोई काम होवे ਤਾਂ ਦੱਸੀ ਜਰੂਰ। ਲੈ ਫਿਰ ਤੂੰ ਆਏ ਕਰ, ਗੁੱਡੀ ਦੇ ਵਿਆਹ ਲਈ ਕੋਈ ਵਧੀਆ ਜਿਹਾ ਬੈਂਕਟ ਹਾਲ ਲੱਭ ਦੇ। ਬੈਂਕਟ ਹਾਲ ਆਪਾਂ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਬੁੱਕ ਕਰਾਂਗੇ। 100 ਤੋਂ 800 ਲੋਕਾਂ ਵਾਸਤੇ ਖੁੱਲੀ ਡੁੱਲੀ ਪਾਰਕਿੰਗ ਹੈ। ਵਿਆਹ, ਸ਼ਾਦੀ, ਕਿੱਟੀ ਪਾਰਟੀ ਜਾਂ ਕਾਰਪੋਰੇਟ ਇਵੈਂਟ ਹੋਸਟ ਕਰੋ ਤੇ ਨਾਲੇ ਇੱਥੇ ਜਿਹੜਾ ਮੈਨੂ ਹੈ ਨਾ ਬਿਲਕੁਲ ਵੱਖਰਾ ਹੈ। 1133 ਕ੍ਰੈਡਿਟ ਸਟੋਨ ਵੌਨ 416 433 91 91 ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ। ਆਪਣੇ ਘਰਾਂ ਦੀ ਅੰਦਰੋਂ ਸਜਾਵਟ ਲਈ ਸ਼ੋਕਰ ਐਂਡ ਸੈਂਬੀ ਫਿਨਿਸ਼ਿੰਗ ਐਂਡ ਕਾਰਪੈਂਟਰੀ specialize in all kind of woodwork, crown molding and fireplace metal। call ਕੁਲਵਿੰਦਰ ਸ਼ੋਕਰ 604 319 6472 ਜਾਂ ਗੁਰਬਚਨ ਸੈਂਬੀ 604 537 74 44। ਜੇਕਰ ਤੁਹਾਡੇ ਕੋਲ AZ ਲਾਇਸੈਂਸ ਹੈ ਤਾਂ ਆਓ KJS ਟਰਾਂਸਪੋਰਟ ਨੂੰ ਬਹੁਤ ਸਾਰੇ ਡਰਾਈਵਰ ਚਾਹੀਦੇ ਹਨ। ਲੋਕਲ, ਮੌਂਟਰੀਅਲ, USA ਜਾਂ ਕੈਨੇਡਾ ਅਤੇ ਅਮਰੀਕਾ ਦੇ ਕਿਸੇ ਵੀ ਰੂਟ ਤੇ ਟਰੱਕ ਚਲਾਉਣ ਲਈ ਕਾਲ ਕਰੋ KJS ਟਰਾਂਸਪੋਰਟ ਨੂੰ। ਨਵੇਂ ਟਰੱਕਾਂ ਤੇ ਡਰਾਈਵਰੀ ਅਤੇ ਐਕਸੀਲੈਂਟ ਪੇ। KJS ਟਰਾਂਸਪੋਰਟ। ਕਾਲ ਜਿੰਦਰ ਬੁੱਟਰ 647 628 6100 647 628 6100। KJS ਟਰਾਂਸਪੋਰਟ। ਕੈਲੰਡਰ ਕਿੱਦਾਂ ਬਣਦੇ ਨੇ, ਅੱਜ ਅਸੀਂ ਗੱਲ ਕਰਾਂਗੇ ਸਾਡੇ ਸਟੂਡੀਓ ਦੇ ਵਿੱਚ ਜਿਨ੍ਹਾਂ ਨੇ ਇਸ ਕੰਮ ਦੇ ਉੱਤੇ ਬਹੁਤ ਸਾਰਾ ਆਪਣਾ ਸਮਾਂ ਖਰਚ ਕੀਤਾ ਹੈ। ਰਿਟਾਇਰਡ ਲੈਫਟੀਨੈਂਟ ਕਰਨਲ ਸੁਰਜੀਤ ਸਿੰਘ ਜੀ ਨਿਸ਼ਾਨ ਸਾਡੇ ਸਟੂਡੀਓ ਵਿੱਚ ਪਹੁੰਚੇ ਹੋਏ ਨੇ। ਕੈਲੰਡਰਾਂ ਦੇ ਬਾਰੇ 'ਚ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਸਾਡੇ ਸਿੱਖੀਜ਼ਮ ਦੇ ਵਿੱਚ ਵੀ ਨਾਨਕਸ਼ਾਹੀ ਕੈਲੰਡਰ ਕਰਕੇ ਬਹੁਤ ਸਾਰੇ ਪਾੜੇ ਵਧੇ ਹੋਏ ਨੇ। ਉਹਨਾਂ ਨੂੰ ਅੱਜ ਅਸੀਂ ਨਿਖੇੜਨ ਦੀ ਤੇ ਉਹਨਾਂ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਕਰਨਲ ਸੁਰਜੀਤ ਜੀ, ਤੁਹਾਡਾ ਏਕਮ ਪ੍ਰੋਗਰਾਮ ਵਿੱਚ ਸਵਾਗਤ ਹੈ। ਸਤਿ ਸ੍ਰੀ ਅਕਾਲ। ਅਮਰਜੀਤ ਸਿੰਘ ਜੀ, ਮੈਂ ਤੁਹਾਡਾ ਔਰ ਤੁਹਾਡੇ ਏਕਮ ਟੀਵੀ ਦੇ ਵੇਖਣ ਵਾਲੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਕੈਲੰਡਰ ਕੀ ਹੁੰਦੇ ਨੇ? ਅਮਰਜੀਤ ਸਿੰਘ ਜੀ, ਇਨਸਾਨ ਨੇ ਸ਼ੁਰੂ ਤੋਂ ਲੈ ਕੇ ਜਦੋਂ ਆਸਤਾ ਆਸਤਾ ਪ੍ਰੋਗਰੈਸ ਕੀਤਾ ਇਸ ਦੁਨੀਆ ਦੇ ਉੱਤੇ ਤੇ ਉਹਨੇ ਨਾਪਣ ਵਾਸਤੇ ਵੱਖੋ ਵੱਖਰੀ ਚੀਜ਼ਾਂ ਦੀਆਂ ਇਕਾਈਆਂ ਬਣਾਈਆਂ, ਯੂਨਿਟਸ ਬਣਾਈਆਂ। ਲੰਬਾਈ ਨਾਪਣੀ ਹੈ, ਉਹਦੇ ਵਾਸਤੇ ਕਿਸੇ ਨੇ ਮੀਟਰ ਬਣਾਏ, ਕਿਸੇ ਨੇ ਗਜ ਬਣਾਏ, ਮੀਲ ਬਣਾਏ, ਕਿਲੋਮੀਟਰ ਬਣਾਏ, ਕੋ ਬਣਾਏ, ਸਮਝੇ ਜੀ। ਇਸੇ ਤਰ੍ਹਾਂ ਹੀ ਭਾਰ ਤੋਲਣ ਵਾਸਤੇ ਉਹਨੇ ਵੱਖੋ ਵੱਖਰੀਆਂ ਇਕਾਈਆਂ ਇਜਾਦ ਕੀਤੀਆਂ। ਕਿਸੇ ਨੇ ਕਿਲੋਗ੍ਰਾਮ ਬਣਾਏ, ਸ਼ੇਰ ਬਣਾਏ, ਮਣ ਬਣਾਏ, ਕੁਇੰਟਲ ਬਣਾਏ, ਸਮਥਿੰਗਸ ਲਾਈਕ ਦੈਟ। ਇਸੇ ਤਰ੍ਹਾਂ ਹੀ
ਸਮੇਂ ਨੂੰ ਨਿਯਮਬੱਧ ਕਰਨ ਵਾਸਤੇ, ਸਮੇਂ ਦੀ ਵੰਡ ਕਰਨ ਵਾਸਤੇ ਉਹਨੇ ਕੈਲੰਡਰ ਦੀ ਇਜਾਦ ਕੀਤਾ ਔਰ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਜਿਵੇਂ ਕਿ ਅਸੀਂ ਵੇਖਿਆ ਕਿ ਇਕਾਈਆਂ ਵੱਖੋ ਵੱਖਰੀਆਂ ਬਣੀਆਂ ਭਾਰ ਤੋਲਣ ਦੀਆਂ, ਇਕਾਈਆਂ ਵੱਖੋ ਵੱਖਰੀਆਂ ਬਣੀਆਂ ਸਾਡੇ ਲੰਬਾਈ ਨਾਪਣ ਦੀਆਂ। ਇਸੇ ਤਰ੍ਹਾਂ ਹੀ ਸਮੇਂ ਦੀ ਵੰਡ ਕਰਨ ਵਾਸਤੇ ਵੀ ਵੱਖੋ ਵੱਖਰੇ ਮੁਲਕਾਂ ਦੇ ਵਿੱਚ ਵੱਖੋ ਵੱਖਰੇ ਸਾਇੰਸਦਾਨਾਂ ਨੇ ਉਹਦੀਆਂ ਅਲੱਗ-ਅਲੱਗ ਇਕਾਈਆਂ ਨਿਸ਼ਚਿਤ ਕੀਤੀਆਂ। ਕਿਸੇ ਜਗ੍ਹਾ 'ਤੇ ਉਹਨਾਂ ਨੇ ਇਹਨੂੰ ਸਕਿੰਟ, ਮਿੰਟ ਔਰ ਘੰਟੇ ਵਿੱਚ ਵੰਡਿਆ ਜੀ। ਔਰ ਜਿਸ ਤੱਕ ਹਿੰਦੁਸਤਾਨ ਦਾ ਤਾਲੁਕ ਸੀਗਾ ਉੱਥੇ ਉਹਨਾਂ ਨੇ ਚਸ਼ੇ, ਵਿਸ਼ੇ, ਘੜੀਆਂ, ਪਲ ਵਿੱਚ ਉਸ ਸਮੇਂ ਨੂੰ ਵੰਡਿਆ ਜੀ। ਔਰ ਉਸ ਸਮੇਂ ਦੀ ਵੰਡ ਕਰਕੇ ਵੱਖੋ ਵੱਖਰੇ ਕੈਲੰਡਰ ਦੁਨੀਆ ਦੇ ਉੱਤੇ ਸਾਡੇ ਸਾਹਮਣੇ ਨਜ਼ਰ ਆਉਂਦੇ ਨੇ। ਜਦੋਂ ਅਸੀਂ ਜਿੰਨੇ ਕੈਲੰਡਰ ਦੀ ਵੰਡ ਕਰਦੇ ਹਾਂ, ਦੇਖਦੇ ਹਾਂ ਤਾਂ ਦੇਖਦੇ ਹਾਂ ਕਿ ਕੈਲੰਡਰ ਦੀ ਜਦੋਂ ਉਹਨਾਂ ਨੇ ਵੰਡ ਕੀਤੀ, ਸਮੇਂ ਨੂੰ ਨਿਯਮਬੱਧ ਕੀਤਾ, ਤਾਂ ਉਹਨਾਂ ਆਪਣੀ ਜ਼ਿੰਦਗੀ ਨੂੰ ਉਸ ਦੇ ਅਨੁਸਾਰ ਚਲਾਉਣ ਦੀ ਕੋਸ਼ਿਸ਼ ਕੀਤੀ। ਹੋਰ ਇਨਸਾਨ ਨੇ ਜਦੋਂ ਤਰੱਕੀ ਕੀਤੀ ਤਾਂ ਉਹਨੇ ਆਪਣੀ ਜਿਹੜੀ ਪਿਛਲੀ ਹਿਸਟਰੀ ਸੀ ਉਹਨੂੰ ਰਿਕਾਰਡ ਕੀਤਾ। ਉਸ ਹਿਸਟਰੀ ਨੂੰ ਰਿਕਾਰਡ ਕਰਕੇ ਉਹਨਾਂ ਦਿਨਾਂ ਨੂੰ ਦੁਬਾਰਾ ਫਿਰ ਯਾਦ ਕਰਨ ਦੀ ਕੋਸ਼ਿਸ਼ ਕੀਤੀ। ਤੇ ਇਸ ਲਈ ਜਿੰਨੇ ਵੀ ਇਸ ਵੇਲੇ ਸਾਡੇ ਕੋਲ ਕੈਲੰਡਰ ਮਿਲ ਰਹੇ ਨੇ ਵੱਖੋ ਵੱਖਰੇ ਮੁਲਕਾਂ ਦੇ ਵਿੱਚ, ਉਹਨਾਂ ਦੇ ਵਿੱਚ ਪੁਰਾਣੀ ਹਿਸਟਰੀ ਨੂੰ ਰਿਕਾਰਡ ਕੀਤਾ ਗਿਆ ਔਰ ਉਸ ਹਿਸਟਰੀ ਦੇ ਮੁਤਾਬਕ ਕੈਲੰਡਰ ਬਣੇ ਨੇ। ਅੱਛਾ, ਕਿ ਫਲਾਣਾ ਜਦੋਂ ਵੀ ਕੋਈ ਈਵੈਂਟ ਹੋਈ ਹੈ ਹਿਸਟੋਰੀਕਲ ਹੈ ਕਿ ਨਹੀਂ, ਕਿ ਉਹ ਕਿਸ ਡੇਟ ਨੂੰ ਹੋਈ, ਉਸ ਡੇਟ ਦੇ ਅਨੁਸਾਰ ਕੈਲੰਡਰ ਦੇ ਵਿੱਚ ਉਹਦੀਆਂ ਤਰੀਕਾਂ ਫਿਕਸ ਕਰ ਦਿੱਤੀਆਂ ਗਈਆਂ ਔਰ ਉਸ ਹਿਸਾਬ ਸਰ ਅਸੀਂ ਅੱਜ ਕੱਲ੍ਹ ਕੈਲੰਡਰਾਂ ਨੂੰ ਇੱਕ ਕਿਸਮ ਦਾ ਹਿਸਟਰੀ ਵਾਸਤੇ ਇੱਕ ਬੜਾ ਵੱਡਾ ਸਰੋਤ ਮੰਨਦੇ ਆ। ਕਰਨਲ ਸਾਹਿਬ, ਕੁਝ ਪਤਾ ਕਿ ਸਭ ਤੋਂ ਪਹਿਲਾ ਦੁਨੀਆ ਦਾ ਕੈਲੰਡਰ ਕਿਹੜਾ ਸੀ? ਦੇਖੋ, ਸਾਰਿਆਂ ਨਾਲੋਂ ਪਹਿਲਾਂ ਦੁਨੀਆ ਦੇ ਵਿੱਚ ਅਗਰ ਕੈਲੰਡਰ ਬਣਿਆ ਤਾਂ ਉਹ ਲੂਨਰ ਕੈਲੰਡਰ ਸੀ, ਜਿਹੜਾ ਚੰਦਰਮਾ ਦੇ ਹਿਸਾਬ ਨਾਲ ਚੱਲਦਾ ਹੈਗਾ। ਕਿਉਂਕਿ ਇਨਸਾਨ ਨੇ ਦੇਖਿਆ ਕਿ ਚੰਦਰਮਾ ਜਿਹੜਾ ਹੈ ਇੱਕ ਖਾਸ ਸਮੇਂ ਤੋਂ ਬਾਅਦ ਉਹਦੀ ਪੂਰਨਮਾਸ਼ੀ ਆ ਜਾਂਦੀ ਹੈਗੀ ਹੈ ਕਿ ਨਹੀਂ, ਤਾਂ ਉਹਨੇ ਪੂਰਨਮਾਸ਼ੀ ਤੋਂ ਪੂਰਨਮਾਸ਼ੀ ਨੂੰ ਇੱਕ ਮਹੀਨਾ ਮੰਨ ਕੇ ਤੇ ਆਪਣਾ ਲੂਨਰ ਕੈਲੰਡਰ ਬਣਾ ਲਿਆ। ਕਿੰਨੇ ਕੁ ਕੈਲੰਡਰ ਨੇ ਅੱਜ ਦੁਨੀਆ ਵਿੱਚ? ਦੇਖੋ, ਐਕਚੁਅਲੀ ਹਰ ਇੱਕ ਮੁਲਕ ਦਾ ਆਪਣਾ ਆਪਣਾ ਕੈਲੰਡਰ ਹੈ, ਹਰ ਇੱਕ ਧਰਮ ਦਾ ਆਪਣਾ ਆਪਣਾ ਕੈਲੰਡਰ ਹੈ। ਉਸ ਕੈਲੰਡਰ ਦਾ ਬੇਸ ਕੁਝ ਵੀ ਹੋ ਸਕਦਾ ਹੈ। ਜਿਵੇਂ ਗ੍ਰੈਗੋਰੀਅਨ ਕੈਲੰਡਰ ਸਾਡੇ ਸਾਹਮਣੇ ਹੈਗਾ, ਹੁਣ ਇਸ ਨੂੰ ਬੇਸ ਮੰਨ ਕੇ ਕਈ ਮੁਲਕਾਂ ਨੇ ਆਪਣੇ ਆਪਣੇ ਕੈਲੰਡਰ ਬਣਾਏ ਨੇ ਜੀ। ਕੈਨੇਡਾ ਗਵਰਨਮੈਂਟ ਨੇ ਉਹ ਤੇ ਆਪਣੀਆਂ ਛੁੱਟੀਆਂ ਰਿਕਾਰਡ ਕੀਤੀਆਂ ਤੇ ਅਸੀਂ ਕਹਿੰਦੇ ਆ ਕਿ ਜੀ ਇਹ ਕੈਨੇਡੀਅਨ ਗਵਰਨਮੈਂਟ ਦਾ ਕੈਲੰਡਰ ਹੈ। ਜੇ ਆਸਟ੍ਰੇਲੀਅਨ ਗਵਰਨਮੈਂਟ ਨੇ ਉਸ ਨੂੰ ਉਹ ਤੇ ਛੁੱਟੀਆਂ ਆਪਣੀਆਂ ਲਿਖ ਦਿੱਤੀਆਂ ਤਾਂ ਆਸਟ੍ਰੇਲੀਅਨ ਗਵਰਨਮੈਂਟ ਦਾ ਕੈਲੰਡਰ ਹੈ ਜੀ। ਪੰਜਾਬ ਗਵਰਨਮੈਂਟ ਨੇ ਆਪਣੀ ਛੁੱਟੀਆਂ ਲਿਖ ਦਿੱਤੀਆਂ ਤਾਂ ਪੰਜਾਬ ਗਵਰਨਮੈਂਟ ਦਾ ਕੈਲੰਡਰ ਹੈ। ਸੋ ਇੱਕੋ ਬੇਸ ਦੇ ਉੱਤੇ ਵੱਖੋ ਵੱਖਰੇ ਮੁਲਕਾਂ ਨੇ, ਵੱਖੋ ਵੱਖਰੇ ਅਦਾਰਿਆਂ ਨੇ ਆਪਣੀਆਂ ਉਹਨੂੰ ਅਪਣਾਇਆ। ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਦੇ ਜਿਹੜੇ ਸਾਇੰਟਿਸਟ ਸਨ ਪੁਰਾਤਨ, ਉਹਨਾਂ ਨੇ ਇੱਕ ਨਵਾਂ ਕੈਲੰਡਰ ਬਣਾਇਆ ਔਰ ਉਸ ਕੈਲੰਡਰ ਨੂੰ ਜਿਹੜੇ ਹਿੰਦੁਸਤਾਨ ਦੇ ਵਸਨੀਕ ਸਨ ਜਾਂ ਹਿੰਦੁਸਤਾਨ ਦੇ ਵੱਖੋ ਵੱਖਰੇ ਧਰਮ ਸਨ, ਉਹਨਾਂ ਨੇ ਉਹਨੂੰ ਬੇਸ ਬਣ ਕੇ ਆਪੋ ਆਪਣੇ ਕੈਲੰਡਰ ਬਣਾਏ ਨੇ। ਉਹ ਕਿਹੜਾ ਕੈਲੰਡਰ ਸੀ? ਅਸੀਂ ਅੱਜ ਕੱਲ੍ਹ ਜਿਹੜਾ ਉਹ ਚੱਲ ਰਿਹਾ ਉਹਨੂੰ ਅਸੀਂ ਬਿਕਰਮੀ ਕੈਲੰਡਰ ਕਹਿੰਦੇ ਆ। ਅੱਛਾ, ਹੁਣ ਉਸ ਬਿਕਰਮੀ ਕੈਲੰਡਰ ਦੇ ਨੂੰ ਬੇਸ ਮੰਨ ਕੇ ਮੈਂ ਥੋੜਾ ਜਿਹਾ ਹੋਰ ਜਾਣਨਾ ਚਾਹਾਂਗਾ। ਬਿਕਰਮੀ ਕੈਲੰਡਰ ਜਿਹੜਾ ਇਹ ਮਹਾਰਾਣਾ ਜਿਹੜਾ ਬਿਕਰਮਾਦਿੱਤ ਸੀ ਉਹਦੇ ਤੋਂ ਸ਼ੁਰੂ ਹੋਇਆ ਸੀ? ਆਮ ਹਿਸਟਰੀ ਦੇ ਵਿੱਚ ਇਹ ਦੱਸਿਆ ਜਾਂਦਾ ਹੈ ਕਿ ਬਿਕਰਮਾਦਿੱਤ ਜਦੋਂ ਆਪਣੇ ਰਾਜ ਸਿੰਘਾਸਨ ਤੇ ਬੈਠਾ ਔਰ ਉਹਦਾ ਰਾਜ ਸ਼ੁਰੂ ਹੋਇਆ, ਉਦੋਂ ਕਿਉਂਕਿ ਆਮ ਪ੍ਰਥਾ ਹੁੰਦੀ ਸੀਗੀ ਕਿ ਜਦੋਂ ਵੀ ਕੋਈ ਰਾਜਾ ਆਪਣੇ ਰਾਜ ਸਿੰਘਾਸਨ ਤੇ ਬੈਠਦਾ ਸੀਗਾ ਉਹਦੇ ਨਾਂ ਦਾ ਸਿੱਕਾ ਚੱਲ ਪੈਂਦਾ ਸੀਗਾ, ਉਹਦੇ ਨਾਂ ਤੇ ਕੈਲੰਡਰ ਵੀ ਬਣ ਜਾਂਦਾ ਸੀਗਾ। ਜਿਵੇਂ ਹਿੰਦੁਸਤਾਨ ਦੇ ਵਿੱਚ ਵੀ ਅਕਬਰੀ ਕੈਲੰਡਰ ਵੀ ਬਣਿਆ ਹੈ ਕਿ ਨਹੀਂ, ਉਹਦੇ ਸਿੱਕੇ ਵੀ ਚੱਲੇ। ਸੋ ਇਸੇ ਤਰ੍ਹਾਂ ਹੀ ਹਿੰਦੁਸਤਾਨ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਦੋਂ ਰਾਜਾ ਬਿਕਰਮਾਦਿੱਤ ਆਪਣੇ ਸਿੰਘਾਸਨ ਤੇ ਬੈਠਾ, ਉਹਦਾ ਰਾਜਕਾਲ ਸ਼ੁਰੂ ਹੋਇਆ, ਉਹ ਤੋਂ ਬਿਕਰਮੀ ਕੈਲੰਡਰ ਬਣਿਆ। ਇਹ ਵੀ ਲੂਨਰ ਕੈਲੰਡਰ ਹੈ। ਇਹ ਜਿਹੜਾ ਕੈਲੰਡਰ ਹੈਗਾ ਇਹ ਟੈਕਨੀਕਲੀ ਇਹਨੂੰ ਅਸੀਂ ਲੂਨੀ ਸੋਲਰ ਕੈਲੰਡਰ ਕਹਿ ਸਕਦੇ ਹੈਗੇ ਆ, ਕਿਉਂਕਿ ਇਹਦੇ ਵਿੱਚ ਲੂਨਰ ਤਰੀਕਾਂ ਵੀ ਹੈਗੀਆਂ ਨੇ ਔਰ ਸੋਲਰ ਤਰੀਕਾਂ ਵੀ ਹੈਗੀਆਂ ਨੇ। ਇਹ ਲੂਨਰ ਤੇ ਸੋਲਰ ਨੂੰ ਥੋੜਾ ਜਿਹਾ ਐਕਸਪਲੇਨ ਕਰੋਗੇ? ਦੇਖੋ, ਇਸ ਤਰ੍ਹਾਂ ਹੈ ਕਿ ਪਹਿਲਾਂ ਜਦੋਂ ਇਨਸਾਨ ਨੇ ਲੂਨਰ ਕੈਲੰਡਰ ਬਣਾਇਆ, ਠੀਕ ਹੈ ਨਾ, ਤੇ ਉਹ ਸਿਰਫ
12 ਚੱਕਰ ਜਦੋਂ ਕੱਟ ਲੈਂਦਾ ਸੀਗਾ ਤਾਂ ਉਹਨੂੰ 1 ਸਾਲ ਕਹਿੰਦੇ ਸਨ। ਚੰਦਰਮਾ ਜਿਹੜਾ ਧਰਤੀ ਦੇ ਵੱਲ ਚੱਕਰ ਕੱਟਦਾ ਸੀਗਾ ਤੇ ਉਹਨੂੰ ਜਦੋਂ 12 ਚੱਕਰ ਪੂਰੇ ਹੋ ਜਾਣੇ ਤੇ ਉਹਨੂੰ 1 ਸਾਲ ਮੰਨਿਆ ਜਾਂਦਾ ਸੀਗਾ। ਠੀਕ ਹੈ ਨਾ। ਹੁਣ ਇਸ ਕੈਲੰਡਰ ਨੂੰ ਪਿਓਰਲੀ ਲੂਨਰ ਕੈਲੰਡਰ ਕਹਿੰਦੇ ਨੇ ਜੀ। ਔਰ ਇਸੇ ਦੇ ਆਧਾਰ ਤੇ ਇਸਲਾਮਿਕ ਕੈਲੰਡਰ ਜਿਹੜਾ ਹਿਜਰੀ ਕੈਲੰਡਰ ਜਿਹਨੂੰ ਕਹਿੰਦੇ ਨੇ ਉਹ ਪਿਓਰਲੀ ਲੂਨਰ ਕੈਲੰਡਰ ਹੈ। ਠੀਕ ਹੈ। ਜਿਸ ਦੇ ਕਿਉਂਕਿ ਚੰਦਰਮਾ ਜਿਹੜਾ ਧਰਤੀ ਦੇ ਦੁਆਲੇ ਤਕਰੀਬਨ 29.5 ਡੇਜ਼ ਦੇ ਵਿੱਚ ਇੱਕ ਚੱਕਰ ਲਗਾਉਂਦਾ ਹੈਗਾ ਤੇ ਤਕਰੀਬਨ 12 ਮਹੀਨੇ ਜਿਹੜੇ ਨੇ ਉਹ 354 ਜਾਂ 355 ਦਿਨ ਦੇ ਬਣ ਜਾਂਦੇ ਨੇ। ਆਪਣੇ ਟਰੱਕਾਂ ਨੂੰ ਦੁਨੀਆ ਭਰ ਦੀ ਕਿਸੇ ਵੀ ਨੇਮ ਬ੍ਰਾਂਡ ਕੰਪਨੀ ਦੇ ਟਾਇਰ ਪਾਉਣ ਅਤੇ ਵੀਲ ਅਲਾਈਨਮੈਂਟ ਲਈ ਇੱਕ ਭਰੋਸੇ ਵਾਲਾ ਨਾਮ ਪਪੂਲਰ ਟਾਇਰ। ਗੱਡੀ ਜੱਟ ਦੀ ਤੇ ਧੂੜਾ ਪਈ ਪੱਟਦੀ ਨੀ ਤੇਲ ਪਾਣੀ ਫੁੱਲ ਰੱਖਦੇ ਚੱਲੀ ਗਏ। ਛੇਤੀ ਛੇਤੀ ਪਾਲਾ ਕੱਪੜੇ ਨੀ ਪਪੂਲਰ ਟਾਇਰ ਤੇ ਟਾਇਰ ਪਾਉਣ ਚੱਲੀਏ। ਮਸ਼ਹੂਰ ਕਬੱਡੀ ਸਟਾਰ ਸ਼ੰਭੂ ਭਰੋਲੀ ਵਾਲੇ ਨੇ ਹਰ ਤਰ੍ਹਾਂ ਦੀਆਂ ਕਾਰਾਂ ਲਈ ਖੋਲ ਦਿੱਤਾ ਹੈ ਜੇਪੀ ਟਰਾਂਸਮਿਸ਼ਨ। ਫਰੇਜ਼ਰ ਹਾਈਵੇ ਅਤੇ 152 ਦੇ ਖੂੰਜੇ 'ਚ ਜੇਪੀ ਟਰਾਂਸਮਿਸ਼ਨ 604 497 1217 ਜੇਪੀ ਟਰਾਂਸਮਿਸ਼ਨ। ਆਪਣੀ ਮਰਜ਼ੀ ਦਾ ਵਧੀਆ ਅਤੇ ਹੰਢਣਸਾਰ ਫਰਨੀਚਰ ਖਰੀਦਣ ਲਈ ਆਓ A1 ਫਰਨੀਚਰ। ਆਪਣੀ ਮਰਜ਼ੀ ਦੇ ਨਵੇਂ ਡਿਜ਼ਾਈਨ, ਵੱਖ-ਵੱਖ ਰੰਗਾਂ 'ਚ ਫੈਬਰਿਕ ਅਤੇ ਲੈਦਰ ਦੇ 100% ਕੈਨੇਡੀਅਨ ਸੋਫੇ ਬਣਾਉਣ ਲਈ ਆਓ A1 ਫਰਨੀਚਰ। 20 ਰਸੀਨ ਰੋਡ ਇਟੋਬੀਕੋ। ਕਿਸੇ ਵੀ ਜਾਣਕਾਰੀ ਲਈ ਕਾਲ ਸਰਦਾਰ ਰਣਜੀਤ ਸਿੰਘ ਤੂਰ 416 743 2872 4167432872 A1 ਫਰਨੀਚਰ। ਅਕਾਊਂਟਿੰਗ ਸਹੀ ਹੈ ਤਾਂ ਲਾਈਫ ਸਹੀ ਹੈ। ਵੀ ਹੈਲਪ ਯੂ ਮੇਨਟੇਨ ਯੋਰ ਬਿਜ਼ਨਸ ਹੈਲਥ। ਜਦੋਂ ਤੋਂ ਸਾਡੀ ਅਕਾਊਂਟਿੰਗ ਇਹਨਾਂ ਕੋਲ ਆਈ ਹੈ ਸਾਨੂੰ ਕਦੀ ਕੋਈ ਪ੍ਰੋਬਲਮ ਨਹੀਂ ਆਈ। ਹਰਜੀਤ ਘੁੰਮਣ। ਟੈਕਸ ਜਾਂ ਆਡਿਟਸ ਦੀਆਂ ਸਾਰੀਆਂ ਸਮੱਸਿਆਵਾਂ ਲਈ ਸਾਡੇ ਨਾਲ ਸੰਪਰਕ ਕਰੋ। ਹਰਜੀਤ ਘੁੰਮਣ। ਰਿਸ਼ੀ ਮੈਟਰਸ ਤੇ ਲੱਗੀ ਹੈ ਸੇਲ। ਥਕੇਵੇਂ ਤੋਂ ਬਾਅਦ ਸੁੱਖ ਦੀ ਨੀਂਦ ਸੌਣ ਲਈ ਰਿਸ਼ੀ ਮੈਟਰਸ ਸਿੰਗਲ, ਡਬਲ, ਕਿੰਗ, ਕੁਈਨ, ਕ੍ਰਿਬ ਜਾਂ ਟਰੱਕ ਦਾ ਮੈਟਰਸ ਲੈਣ ਲਈ 1771 ਆਲਬੀਆ ਰੋਡ ਰਿਸ਼ੀ ਮੈਟਰਸ 416 213 1117। ਏਸ਼ੀਅਨ ਫੂਡ ਸੈਂਟਰ ਤੇ ਆਇਨੇ ਸਸਤੇ ਦਾ ਜਿੱਥੇ ਹਰ ਚੀਜ਼ ਦੀ ਹੈ ਕੁਆਲਿਟੀ ਲਾਜਵਾਬ। ਹਾਰ ਗਈ महंगाई जीते हम क्या रेसिपी चेंज की है? नहीं, मैंने चेंज किया है, सिर्फ शॉपिंग की जाएगी। एशियन फूड सेंटर, वाह क्या बात। एशियन फूड सेंटर। ਮਸ਼ਹੂਰ ਕਬੱਡੀ ਸਟਾਰ ਸ਼ੰਭੂ ਭਰੋਲੀ ਵਾਲੇ ਨੇ ਹਰ ਤਰ੍ਹਾਂ ਦੀਆਂ ਕਾਰਾਂ ਲਈ ਖੋਲ ਦਿੱਤਾ ਹੈ ਜੇਪੀ ਟਰਾਂਸਮਿਸ਼ਨ। ਫਰੇਜ਼ਰ ਹਾਈਵੇ ਅਤੇ 152 ਦੇ ਖੂੰਜੇ 'ਚ ਜੇਪੀ ਟਰਾਂਸਮਿਸ਼ਨ 604 497 1217 ਜੇਪੀ ਟਰਾਂਸਮਿਸ਼ਨ। ਐਵਰੋ ਟਰਾਂਸਪੋਰਟ ਨੂੰ ਲੋਕਲ, ਮੌਂਟਰੀਅਲ, USA ਅਤੇ ਹਰ ਪਾਸੇ ਨੂੰ ਚੱਲਣ ਵਾਲੇ 1 ਸਾਲ ਦੇ ਤਜਰਬੇ ਨਾਲ ਟਰੱਕ ਡਰਾਈਵਰ ਚਾਹੀਦੇ ਹਨ। ਕਾਲ ਗੁਰਨੇਕ ਖਟੜਾ 416 829 4828। ਟਰੱਕ, ਟ੍ਰੇਲਰ ਅਤੇ ਹੈਵੀ ਇਕੁਇਪਮੈਂਟ ਲਈ ਲੋਨ ਚਾਹੀਦਾ ਹੈ ਤਾਂ ਕਾਲ ਪਲੈਨਟ ਫਾਈਨੈਂਸ਼ੀਅਲ ਦੇ ਗੌਰਵ ਜੀ 647 409 7501। ਬੈਡ ਕ੍ਰੈਡਿਟ ਨੋ ਪ੍ਰੋਬਲਮ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸ਼ਬਦਾਂ ਦੇ ਬਾਣ ਇਹੋ ਜਿਹੇ ਨਿਸ਼ਾਨੇ ਮਾਰੇ ਕਿ ਅਗਿਆਨਤਾ ਦਾ ਹਨੇਰਾ ਉਹਨਾਂ ਨੇ ਦੂਰ ਕਰਨ ਦੀ ਆਪਣੇ ਜ਼ਮਾਨੇ ਦੇ ਵਿੱਚ ਪੂਰੀ ਕੋਸ਼ਿਸ਼ ਕੀਤੀ। ਇਹ ਗੱਲ ਵੱਖਰੀ ਹੈ ਕਿ ਉਹਨਾਂ ਦੇ ਸ਼ਬਦਾਂ ਦੀਆਂ ਗੁੱਝੀਆਂ ਰਮਜ਼ਾਂ ਹਾਲੇ ਤੱਕ ਸਾਨੂੰ ਕਿਉਂ ਨਹੀਂ ਸਮਝ ਆਉਂਦੀਆਂ। ਆਓ ਇਹ ਗੀਤ ਸੁਣਦੇ ਹਾਂ। ਨਾਨਕ ਦੀਆਂ ਗੁੱਝੀਆਂ ਰਮਜ਼ਾਂ ਨੂੰ ਬੇਸਮਝ ਜ਼ਮਾਨਾ ਕੀ ਜਾਣੇ। ਜਿਨ ਸਭ ਜਗ ਆਪਣਾ ਸਮਝ ਲਿਆ, ਆਪਣਾ ਤੇ ਬਗਾਨਾ ਕੀ ਜਾਣੇ। ਨਾਨਕ ਦੀਆਂ ਗੁੱਝੀਆਂ ਰਮਜ਼ਾਂ ਨੂੰ ਇੱਕ ਇਸ਼ਕ ਲੱਗਾ ਨਨਕਾਣੇ ਦਾ, ਜਾਂ ਤੜਪ ਤੜਪ ਮਰ ਜਾਣੇ ਦਾ। ਜਿਸ ਅੱਗ ਵਿੱਚ ਲਛਮਣ ਸਿੰਘ ਸੜਿਆ, ਉਹ ਅੱਗ ਪਰਵਾਨਾ ਕੀ ਜਾਣੇ। ਨਾਨਕ ਦੀਆਂ ਗੁੱਝੀਆਂ ਰਮਜ਼ਾਂ ਨੂੰ। ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ।
ਜੇ ਸਭ ਕੁਝ ਠੀਕ ਰਿਹਾ ਫਿਰ ਅਗਲੇ ਹਫਤੇ ਅਸੀਂ ਚੈਨਲ ਤੇ ਇਸੇ ਟਾਈਮ ਫਿਰ ਮਿਲਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਹੁਣ ਸਾਨੂੰ ਇਜਾਜ਼ਤ ਦੇ ਦਿਓ। ਸਾਚ ਕਹੂੰ ਸੁਣ ਲਿਓ ਸਭ ਹੈ ਜਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਸਤਿ ਸ੍ਰੀ ਅਕਾਲ। ਕਿਉਂ ਰਤ ਹਲਵੇ ਚੋਂ ਬਗਦੀ ਸੀ ਕਾ ਤੋਂ ਮੱਕੀ ਸਵਾਦੀ ਲੱਗਦੀ ਸੀ ਜਿਸ ਸਿਦਕ ਚ ਲਾਲੋ ਤਰਦਾ ਏ ਦੌਲਤ ਦਾ ਦੀਵਾਨਾ ਕੀ ਜਾਣੇ ਨਾਨਕ ਦੀਆਂ ਗੁੱਜੀਆਂ ਰਮਜ਼ਾਨ ਨੂੰ ਸਫਰੀ ਸਭ ਝਗੜਾ ਅੰਦਰ ਦਾ ਨਾ ਮਸਜਿਦ ਦਾ ਨਾ ਮੰਦਰ ਦਾ ਜਿਨ੍ਹਾਂ ਰੂਪ ਇਲਾਹੀ ਸਮਝ ਲਿਆ ਕਾਬਾ ਬੁੱਤ ਖਾਨਾ ਕੀ ਜਾਣੇ ਨਾਨਕ ਦੀਆਂ ਗੁੱਜੀਆਂ ਰਮਜ਼ਾਨ ਨੂੰ ਬੇਸਮਝ ਜ਼ਮਾਨਾ ਕੀ ਜਾਣੇ ਜਿਨੇ ਸਭ ਜਗ ਆਪਣਾ ਸਮਝ ਲਿਆ ਆਪਣਾ ਤੇ ਬਗਾਨਾ ਕੀ ਜਾਣੇ।